ਤੇ ਨਾ ਹੀ ਹਰਿਦੁਆਰ ਤੋਂ ਗਏ ਯਾਤਰੀ ਜੋ ਗੁਜਰਾਤ ਗਏ ਨੇ ਹਿੰਦੂ ਭਾਈਚਾਰੇ ਦੇ, ਉਹਨਾਂ ਦਾ ਕੋਈ ਡਾਟਾ ਜਨਤਕ ਨਹੀਂ ਹੈ ਕਿ ਉਹਨਾਂ 'ਚੋਂ ਕਿੰਨਿਆਂ ਨੂੰ ਕਰੋਨਾ, ਕਿੰਨਿਆਂ ਦੀ ਰਿਪੋਰਟ ਆਈ ਹੈ। ਉਹ ਰਿਪੋਰਟਾਂ ਕਿਤੇ ਨਹੀਂ ਹੈ। ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਜੀ, ਜ਼ਰੂਰੀ ਨਹੀਂ ਹੈ ਕਿ ਉਹ ਰਾਧਾ ਸਵਾਮੀਆਂ ਦੇ ਸਤਸੰਗ ਭਵਨ ਦੇ ਵਿੱਚ ਰਹਿਣਾ ਪਸੰਦ ਕਰੇਗਾ। ਮੜੀਆਂ ਤੇ ਨਹੀਂ, ਇਹ ਤਾਂ ਮਰੀਜ਼ਾਂ ਤੇ ਵੀ ਰੋਟੀਆਂ ਸੇਕ ਰਹੇ ਆ, ਇਹ ਤਾਂ ਸੀਵਿਆਂ ਦੇ ਉੱਤੇ ਵੀ ਰੋਟੀਆਂ ਸੇਕ ਰਹੇ ਨੇ। ਇਹਨਾਂ ਨੇ ਕੋਈ ਥਾਂ ਟਿਕਾਣਾ ਜਿਹੜਾ ਉਹ ਛੱਡਿਆ ਹੀ ਨਹੀਂ। ਮੂਸੇਵਾਲੇ ਨੂੰ ਪ੍ਰਮੋਟ ਕਿਹਨੇ ਕੀਤਾ ਸੀ? ਪੰਜਾਬ ਪੁਲਿਸ ਹੀ ਪ੍ਰਮੋਟ ਕਰ ਰਹੀ ਸੀ ਨਾ। ਪਰ ਜਿਵੇਂ ਅਸਲਾ ਐਕਟ ਦੀ ਧਾਰਾ ਜਾਂ ਹੋਰ ਧਾਰਾਵਾਂ ਬਹੁਤ ਸੌਫਟ ਲਾਈਆਂ ਗਈਆਂ, ਬਚਾਅ ਦਾ ਪਹਿਲਾਂ ਹੀ ਰਸਤਾ ਕੱਢ ਲਿਆ। ਪਰ ਉਹਦੇ 'ਚ ਸਿਰਫ ਇੱਕ ਹਿੰਦੂ ਜਿਹੜਾ ਹੈਗਾ ਐਡਵੋਕੇਟ ਬੀਜੇਪੀ ਸੈੱਲ ਦਾ, ਸਿਰਫ ਉਹਦੀਆਂ ਭਾਵਨਾਵਾਂ ਕਿਉਂ ਭੜ ਗਈਆਂ? ਉਹ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ, ਉਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਆ, ਭਗਤ ਕਬੀਰ ਜੀ ਦੀ ਬਾਣੀ ਆ। ਤੇ ਕੀ ਫਿਰ ਕੱਲ ਨੂੰ ਤੁਸੀਂ ਭਗਤ ਕਬੀਰ ਜੀ ਦੀ ਬਾਣੀ ਜਿਹੜੀ ਆ ਉਹਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਚੋਂ ਵੀ ਮਨਫੀ ਕਰਵਾਓਗੇ? ਸਤਿ ਸ਼੍ਰੀ ਅਕਾਲ, ਸਲਾਮ ਅਰ ਸਾਰੇ ਦੇਸ਼ ਵਿਦੇਸ਼ ਦੇ ਦਾਨਿਸ਼ਮੰਦ ਦਰਸ਼ਕਾਂ ਨੂੰ ਜੋ ਇਸ ਵਕਤ ਜੁੜੇ ਨੇ ਅਕਾਲ ਚੈਨਲ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਨਾਲ। ਮੈਂ ਤੁਹਾਡਾ ਦੋਸਤ ਤੇ ਹੋਸਟ ਪਰਮਿੰਦਰ ਸਿੰਘ ਟਿਵਾਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਵਾਸਤੇ ਆਪਾਂ ਸੱਦਾ ਦਿੱਤਾ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ। ਸਤਿ ਸ਼੍ਰੀ ਅਕਾਲ ਜੀ। ਤੇ ਭਾਰਤ ਭਰ ਦੀ ਦੇਸ਼ ਦੁਨੀਆ ਦੇ ਵਿੱਚ ਪੂਰਾ ਕਰੋਨਾ ਦੇ ਕਾਰਨ ਲੋਕਾਂ ਦੇ ਵਿੱਚ ਵਹਿਮ ਸਹਿਮ, ਡਰ, ਖੌਫ, ਕਾਫੀ ਕੁਝ ਚੱਲ ਰਿਹਾ। ਇਸ ਦੌਰਾਨ ਦੇਸ਼ ਦੁਨੀਆ ਦੇ ਕੀ ਹਾਲਾਤ ਨੇ, ਖਾਸ ਕਰਕੇ ਭਾਰਤ ਤੇ ਪੰਜਾਬ ਤੋਂ ਗੱਲ ਸ਼ੁਰੂਆਤ ਕਰਦੇ ਹਾਂ। ਪੰਜਾਬ ਦੀ ਧਰਤੀ ਤੇ ਬਹੁਤ ਸਾਰੇ ਮਾਮਲਿਆਂ 'ਚ ਜੱਗੋਂ 13ਵੀਆਂ ਹੋਈ ਜਾਂਦੀਆਂ ਨੇ। ਅੰਕੜਾ 1300 ਤੋਂ ਵੀ ਉੱਪਰ, 150-200 ਵੱਧ ਗਿਆ, 1400 ਦੇ ਆਸ-ਪਾਸ ਤੁਰਿਆ ਫਿਰਦਾ। ਇਸ ਦੌਰਾਨ ਮੰਦਭਾਗੀ ਖਬਰ ਹੈ ਕਿ ਇਸ ਦੇ ਵਿੱਚ ਅੱਧੇ ਦੇ ਕਰੀਬ ਜਿਹੜੇ ਨੇ ਸ਼ਰਧਾਲੂ ਉਹ ਨੰਦੇੜ ਸਾਹਿਬ, ਹਜ਼ੂਰ ਸਾਹਿਬ ਦੇ ਨਾਲ ਸੰਬੰਧਿਤ ਨੇ। ਇਸ ਨੂੰ ਲੈ ਕੇ ਬੜੀ ਕੋਝੀ ਜਿਹੀ ਰਣਨੀਤੀ ਹੈ ਜਿਹੜੀ ਕਰੋਨਾ ਨੂੰ ਲੈ ਕੇ ਹੋ ਰਹੀ ਹੈ। ਇਹਦੇ ਵਿੱਚ ਮੱਧ ਪ੍ਰਦੇਸ਼ ਵਾਲਾ ਕਾਂਗਰਸੀ ਮਹਾਰਾਜਾ ਦਿੱਗੀ ਰਾਜਾ ਵੀ ਸ਼ਾਮਲ ਹੋ ਗਿਆ। ਉਹ ਵੀ ਟਵੀਟ ਕਾਫੀ ਕਰੀ ਜਾਂਦਾ। ਕੀ ਕਹਿਣਾ ਚਾਹੋਗੇ? ਟਿਵਾਣਾ ਸਾਹਿਬ, ਜਿੱਥੋਂ ਤੱਕ ਦਿਗਵਿਜੇ ਸਿੰਘ ਦਾ, ਮੇਰਾ ਖਿਆਲ ਦਿਗਵਿਜੇ ਸਿੰਘ ਦੇ ਟਵੀਟ ਨੂੰ ਕੋਈ ਬਹੁਤਾ ਗੰਭੀਰ ਨਹੀਂ ਲੈਣਾ ਚਾਹੀਦਾ, ਕਿਉਂਕਿ ਉਹ 10 ਸਾਲ ਮੁੱਖ ਮੰਤਰੀ ਰਿਹਾ ਮੱਧ ਪ੍ਰਦੇਸ਼ ਦਾ। 10 ਸਾਲ ਤੋਂ ਬਾਅਦ 15 ਸਾਲ ਉੱਥੇ ਲਗਾਤਾਰ ਬੀਜੇਪੀ ਦੀ ਸਰਕਾਰ ਜਿਹੜੀ ਰਹਿ ਗਈ, ਤੇ ਹੁਣ ਕਾਂਗਰਸ ਦੀ ਬਣੀ ਸੀ ਜਿਹੜੀ 1.5 ਸਾਲ ਬਾਅਦ ਡੋਬ ਦਿੱਤੀ। ਉਹ ਡੋਬੀ ਵੀ ਦਿਗਵਿਜੇ ਸਿੰਘ ਦੀ ਬਦੌਲਤ ਗਈ ਹੈ। ਤੇ ਜੇ ਦਿਗਵਿਜੇ ਸਿੰਘ ਐਡਾ ਸਿਆਣਾ ਹੁੰਦਾ ਤੇ ਸ਼ਾਇਦ ਇਦਾਂ ਦਾ ਬਿਆਨ ਨਾ ਦਿੰਦਾ। ਪਰ ਜਿਹੜਾ ਸੁਰਿੰਦਰ ਸਿੰਘ ਜੀ ਉਹਨੇ ਪੱਖ ਪੇਸ਼ ਕੀਤਾ, ਉਹਦਾ ਪੱਖ ਦਾ ਨਜ਼ਰੀਆ ਇਹ ਸੀ ਕਿ ਮਰਕਜ਼ ਵਾਲੇ ਵੀ ਇਦਾਂ ਹੀ ਟਾਰਗੇਟ ਕੀਤੇ ਗਏ। ਜਿਵੇਂ ਸਿੱਖ ਸ਼ਰਧਾਲੂ ਨੇ, ਇਹ ਵੀ ਉੱਥੇ ਸਟਕ ਹੋ ਗਏ, ਇਹਨਾਂ ਦੀ ਮਜਬੂਰੀ ਬਣ ਗਈ। ਜਦੋਂ ਹਰਿਦੁਆਰ ਵਾਲੇ ਕੱਢ ਲਏ, ਹੋਰ ਕਈ ਥਾਵਾਂ ਤੋਂ ਹਿੰਦੂ ਸ਼ਰਧਾਲੂ ਕੱਢ ਲਏ, ਕਟਾਸ ਰਾਜ ਤੋਂ ਕੋਟਾ ਤੋਂ ਵਿਦਿਆਰਥੀ ਕੱਢ ਲਏ। ਇਹ ਡਿਲੇ ਹੋਣ ਦੇ ਕਾਰਨ ਇਸ ਪਾਸੇ ਗੱਲ ਜਿਹੜੀ ਹੈ ਮੰਦਭਾਗੀ ਹੋਈ ਹੈ। ਉਹਦਾ ਕਿਤੇ ਨਾ ਕਿਤੇ ਇਸ਼ਾਰਾ ਇਹ ਵੀ ਸੀਗਾ, ਮਰਕਜ਼ ਵਾਲੀ ਰਣਨੀਤੀ ਇੱਥੇ ਵੀ ਲੱਗ ਰਹੀ ਹੈ। ਇਹ ਇਸ਼ਾਰਾ ਸੀ। ਮੈਂ ਉਹਦੇ ਨਾਲ ਸਹਿਮਤ। ਦੇਖੋ, ਲਾਕਡਾਊਨ ਜਿਹੜਾ ਉਹ ਪੂਰੇ ਭਾਰਤ ਦੇ ਵਿੱਚ ਜਿਹੜਾ ਉਹ 25 ਮਾਰਚ ਨੂੰ ਜਿਹੜਾ ਉਹ ਲਾਕਡਾਊਨ ਹੁੰਦਾ, 28 ਮਾਰਚ ਤੱਕ ਜਿਹੜਾ 1800 ਦੇ ਲਗਭਗ ਗੁਜਰਾਤ ਦਾ ਸ਼ਰਧਾਲੂ ਜਿਹੜਾ ਹਰਿਦੁਆਰ ਸਾਹਿਬ ਬੈਠਾ ਸੀ, ਉਹ ਸਾਰੇ ਦਾ ਸਾਰਾ ਜਿਹੜਾ 28 ਤੱਕ ਗੁਜਰਾਤ ਪਹੁੰਚ ਚੁੱਕਿਆ ਸੀ। ਤੇ ਜੇ ਉਹ 28 ਤੱਕ ਪਹੁੰਚ ਚੁੱਕਿਆ ਸੀ ਤੇ ਫਿਰ ਜਿਹੜੇ ਹਜ਼ੂਰ ਸਾਹਿਬ ਨੰਦੇੜ ਬੈਠੇ ਸੀਗੇ ਪੰਜਾਬ ਦੇ ਯਾਤਰੂ ਜਿਹੜੇ ਸੀ, ਉਹ 28 ਤੱਕ ਪੰਜਾਬ ਕਿਉਂ ਨਹੀਂ ਪਹੁੰਚ ਸਕਦੇ ਸੀ? ਸਵਾਲ ਇਹ ਸੀ ਸਭ ਤੋਂ ਵੱਡਾ। ਇੱਕ ਗੱਲ ਹੋਰ ਵੀ ਹੈ, ਦੇਖੋ, ਨਾ ਤਾਂ ਕੋਟਾ ਵਾਲੇ ਸਟੂਡੈਂਟ ਜਿਹੜੇ ਯੂਪੀ 7500 ਬੰਦਾ ਗਿਆ, ਉਹਨਾਂ ਦਾ ਕੋਈ ਡਾਟਾ ਆਇਆ ਕਿ ਉਹਨਾਂ ਨੂੰ ਕਿੰਨਿਆਂ ਨੂੰ ਕਰੋਨਾ, ਤੇ ਨਾ ਹੀ ਹਰਿਦੁਆਰ ਤੋਂ ਗਏ ਯਾਤਰੀ ਜੋ ਗੁਜਰਾਤ ਗਏ ਨੇ ਹਿੰਦੂ ਭਾਈਚਾਰੇ ਦੇ, ਉਹਨਾਂ ਦਾ ਕੋਈ ਡਾਟਾ ਜਨਤਕ ਨਹੀਂ ਹੈ ਕਿ ਉਹਨਾਂ 'ਚੋਂ ਕਿੰਨਿਆਂ ਨੂੰ ਕਰੋਨਾ, ਕਿੰਨਿਆਂ ਦੀ ਰਿਪੋਰਟ ਆਈ ਹੈ। ਉਹ ਰਿਪੋਰਟਾਂ ਕਿਤੇ ਨਹੀਂ ਹੈ। ਪੰਜਾਬ ਵਾਲਿਆਂ ਦੀ ਕਿਉਂ? ਮੈਂ ਉਹਦੇ 'ਤੇ ਆਉਣ ਲੱਗਾ। ਦੇਖੋ ਕੀ ਆ, 3-4 ਨਜ਼ਰੀਏ ਤੋਂ ਇਹਨੂੰ ਦੇਖਣਾ ਪਏਗਾ ਕਿ ਕੇਂਦਰ ਦਾ ਰਵੱਈਆ ਕੀ ਸੀ, ਮਹਾਰਾਸ਼ਟਰ ਸਰਕਾਰ ਦਾ ਰਵੱਈਆ ਕੀ ਸੀ, ਸ਼੍ਰੋਮਣੀ ਅਕਾਲੀ ਦਲ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਵੱਈਆ ਕੀ ਸੀ, ਤੇ ਪੰਜਾਬ ਸਰਕਾਰ ਦਾ ਰਵੱਈਆ ਕੀ ਸੀ। ਮਤਲਬ ਜੇ ਆਪਾਂ ਇਹਦੇ 'ਚ ਦੇਖਣਾ ਪਊਗਾ ਕਿਹੜਾ ਕਿੰਨਾ ਕੋ ਇਸ ਦੇ ਵਿੱਚ ਕਸੂਰਵਾਰ ਆ। ਹੁਣ ਕੇਂਦਰ ਸਰਕਾਰ ਦੀ ਆਪਾਂ ਪਹਿਲਾਂ ਗੱਲ ਕੀਤੀ ਕਿ ਜੇਕਰ ਕੋਟਾ ਤੋਂ ਉੱਤਰ ਪ੍ਰਦੇਸ਼ ਦੇ ਜਿਹੜੇ ਵਿਦਿਆਰਥੀ ਸੀ ਉਹ ਸਾਰੇ ਦੇ ਸਾਰੇ ਜਿਹੜੇ ਉੱਥੇ ਟ੍ਰੇਨਿੰਗ ਲੈਣ ਗਏ ਸੀ, ਜੇ ਉਹ ਵਾਪਸ ਆ ਸਕਦੇ ਆ। ਜੇਕਰ ਗੁਜਰਾਤ ਵਾਲੇ ਜਿਹੜੇ ਹਰਿਦੁਆਰ ਸਾਹਿਬ ਬੈਠੇ ਸੀ ਉਹ 28 ਮਾਰਚ ਤੱਕ ਲਾਕਡਾਊਨ ਦੇ ਦੌਰਾਨ ਜਾ ਸਕਦੇ ਆ, ਤੇ ਫਿਰ ਸਿੱਖ ਸ਼ਰਧਾਲੂਆਂ ਨੂੰ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ? ਇਜਾਜ਼ਤ ਕਿਹਨੇ ਦੇਣੀ ਸੀ? ਕੇਂਦਰ ਸਰਕਾਰ ਨੇ। ਉੱਥੇ ਫਰਜ਼ ਕਿਹਦਾ ਬਣਦਾ ਸੀ? ਹੁਣ ਚਾਹੇ ਜੋ ਮਰਜ਼ੀ ਸਟੇਟਮੈਂਟਾਂ ਦੇਈ ਜਾਓ,
ਹਰਸਿਮਰਤ ਕੌਰ ਬੈਠੀ ਸੀ ਕੇਂਦਰ 'ਚ ਵਜ਼ੀਰ, ਸੋਮ ਪ੍ਰਕਾਸ਼ ਕੇਂਦਰ 'ਚ ਵਜ਼ੀਰ ਸੀ, ਉਹਦੇ ਨਾਲ ਹਰਦੀਪ ਸਿੰਘ ਪੁਰੀ ਬੈਠੇ ਸੀ। ਭਾਵੇਂ ਉਹ ਪੰਜਾਬ ਤੋਂ ਇਸ ਵੇਲੇ ਮੌਜੂਦਾ ਮੈਂਬਰ ਪਾਰਲੀਮੈਂਟ ਨਹੀਂ ਹੈ, ਲੇਕਿਨ ਉਹਨਾਂ ਨੇ ਅੰਮ੍ਰਿਤਸਰ ਤੋਂ ਚੋਣ ਤਾਂ ਲੜੀ ਸੀ। ਤੇ ਬਾਕੀ ਕੁੱਲ ਮਿਲਾ ਕੇ ਇਹ 21 ਮੈਂਬਰ ਪਾਰਲੀਮੈਂਟ ਬਣਦੇ ਨੇ ਹਰਦੀਪ ਸਿੰਘ ਪੁਰੀ ਦੇ ਸਮੇਤ। ਉੱਥੇ ਹਰਸਿਮਰਤ ਕੌਰ ਦਿੱਲੀ ਬੈਠ ਜਾਂਦੀ, ਸਾਰੇ ਦੇ ਸਾਰੇ ਮੈਂਬਰ ਪਾਰਲੀਮੈਂਟ ਉੱਤੇ ਇਕੱਠੇ ਕਰ ਲੈਂਦੀ ਔਰ ਪੰਜਾਬ ਸਰਕਾਰ ਨੂੰ ਕਹਿੰਦੀ ਤੁਸੀਂ ਪੰਜਾਬ ਸੰਭਾਲੋ, ਅਸੀਂ ਕੇਂਦਰ ਤੋਂ ਜੋ ਚਾਹੀਦਾ ਉਹ ਲੈ ਕੇ ਦਿੰਨੇ। ਪਰ ਬਦਕਿਸਮਤੀ ਇਹ ਲੈਣਾ ਤਾਂ ਦੂਰ ਦੀ ਗੱਲ ਕਿ ਅਸੀਂ ਸ਼ਰਧਾਲੂ ਲੈ ਆਈਏ, ਕੇਵਲ ਤੇ ਕੇਵਲ 2022 ਨੂੰ ਮੁੱਖ ਰੱਖ ਕੇ ਜਿਹੜੀ ਰਾਜਨੀਤੀ ਸੀ ਉਹ ਸ਼ੁਰੂ ਕਰ ਦਿੱਤੀ ਗਈ। ਉਸ ਰਾਜਨੀਤੀ ਦੀ ਬਦੌਲਤ ਇਹ ਸਾਰਾ ਕੁਝ ਵਾਪਰਿਆ। ਦੂਸਰੀ ਗੱਲ, ਟਵਾਣਾ ਸਾਹਿਬ ਬਹੁਤ ਵੱਡੇ ਲੈਵਲ ਤੇ ਗੁੰਮਰਾਹ ਕੀਤਾ ਜਾ ਰਿਹਾ ਕਿ ਕੇਂਦਰ ਨੇ ਪਰਮਿਸ਼ਨ ਨਹੀਂ ਦਿੱਤੀ। ਕੇਂਦਰ ਦੀ ਪਰਮਿਸ਼ਨ ਤੋਂ ਪਹਿਲਾਂ ਟੈਂਪੂ ਟਰੈਵਲਰ ਜਿਹੜੇ ਸੀਗੇ ਉਹਦੇ ਤੇ 70 ਦੇ ਲਗਭਗ ਸ਼ਰਧਾਲੂ ਜਿਹੜੇ ਸੀ ਉਹ 19 ਮਾਰਚ ਨੂੰ ਨੰਦੇੜ ਸਾਹਿਬ ਤੋਂ ਨਿਕਲ ਪਏ ਸੀ, ਜਿਹਨਾਂ ਨੂੰ ਕਿ ਇੰਦੌਰ ਤੋਂ ਕੁਝ ਰਸਤੇ ਦੇ ਵਿੱਚ ਪਿੱਛੇ ਹੀ ਜਿਹੜਾ ਉਹ ਰੋਕ ਲਿਆ ਗਿਆ। ਉਹ ਵਿਚਾਰਿਆਂ ਨੂੰ ਕਿਸੇ ਨੇ ਰੋਟੀ ਨਹੀਂ ਪੁੱਛੀ, ਪਾਣੀ ਨਹੀਂ ਪੁੱਛਿਆ। ਨਜ਼ਦੀਕ ਗੁਰਦੁਆਰਾ ਸਾਹਿਬ ਸੀ, ਉਹਨਾਂ ਵੀ ਪਾਣੀ ਦੇਣ ਤੋਂ ਮਨਾ ਕਰ ਦਿੱਤਾ। ਫਿਰ ਉਹਦੇ ਗੇਟ ਗੁਰਦੁਆਰਾ ਸਾਹਿਬ ਦੇ ਬੰਦ ਕਰ ਦਿੱਤੇ ਗਏ। ਉਹਨਾਂ ਨੂੰ ਉੱਪਰ ਦੀ ਦੂਸਰੀ ਮੰਜ਼ਲ ਤੋਂ ਬਾਲਟੀ ਰਾਹੀਂ ਪਾਣੀ ਦਿੱਤਾ ਗਿਆ। ਫਿਰ ਉਹਦੇ ਬਾਅਦ ਉਹਨਾਂ ਵਿਚਾਰਿਆਂ ਦੀਆਂ ਵੀਡੀਓ ਆਈਆਂ, ਕੁਝ ਉਹਨਾਂ ਦੀ ਸੁਣਵਾਈ ਹੋਈ। ਹੁਣ ਜਿਹੜਾ ਹਜੂਰ ਸਾਹਿਬ ਤੋਂ ਉੱਥੋਂ ਸ਼ਰਧਾਲੂ ਆਏ ਨੇ ਉਹਦੇ ਵਿੱਚ ਤਕਰੀਬਨ 860 ਸ਼ਰਧਾਲੂ ਜਿਹੜੇ ਨੇ ਉਹ 20 ਬੱਸਾਂ ਤੇ 11 ਟੈਂਪੂ ਟਰੈਵਲਰ ਜਿਨ੍ਹਾਂ ਦੇ ਵਿੱਚ ਇਹ 860 ਆਏ ਨੇ ਔਰ ਇਹਦੇ ਨਾਲ 70 ਸ਼ਰਧਾਲੂ ਉਹ ਨੇ ਜਿਹੜੇ ਇੰਦੌਰ ਤੋਂ ਰਸਤੇ ਦੇ ਵਿੱਚ ਪਿੱਛੇ ਰੁਕੇ ਹੋਏ ਸੀ। 70 ਉਹ ਆਏ ਨੇ, ਕੁੱਲ 930 ਹੋ ਗਏ। ਇਹ ਜਿਹੜੇ 930 ਆਏ ਇਹਨਾਂ 'ਚ ਗਲਤੀਆਂ ਕੀ ਹੋਈਆਂ ਨੇ ਕਿ ਉੱਥੇ ਜਿਹੜੇ ਸ਼ਰਧਾਲੂ ਆਈ ਗਏ ਉਹ ਜਿਸ ਏਰੀਏ ਦੇ ਉੱਤਰ ਕੇ ਆਪੋ ਆਪਣੇ ਘਰੇ ਤੁਰੇ ਗਏ, ਉਹਨਾਂ ਨੂੰ ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਸਰਕਾਰ ਇੱਥੇ ਫੇਲ ਹੋਈ। ਉਸ ਤੋਂ ਬਾਅਦ ਦੂਸਰੀ ਗੱਲ, ਜਿਹੜੀਆਂ 80 ਬੱਸਾਂ ਇੱਥੋਂ ਗਈਆਂ ਨੇ ਪੰਜਾਬ ਤੋਂ, ਪੰਜਾਬ ਸਰਕਾਰ ਨੇ ਭੇਜੀਆਂ। ਪੰਜਾਬ ਸਰਕਾਰ ਫੇਲ ਕਿੱਥੇ ਹੋਈ? ਪੰਜਾਬ ਸਰਕਾਰ ਦੀ ਡਿਊਟੀ ਬਣਦੀ ਸੀ ਕਿ ਇੱਥੋਂ ਦਾ ਮੁੱਖ ਸਕੱਤਰ ਜਿਹੜਾ ਸੀ ਸਟੇਟ ਦਾ, ਉਹ ਉਸ ਸਟੇਟ ਦੇ ਜਿਹੜਾ ਮੁੱਖ ਸਕੱਤਰ ਸੀ ਉਹਨੂੰ ਮਿਲ ਕੇ ਬਕਾਇਦਾ ਲਿਸਟ ਤਿਆਰ ਕਰਦੇ। ਉਹ ਜਿਹੜੀ ਲਿਸਟ ਸੀ ਉਸ ਲਿਸਟ ਦੇ ਮੁਤਾਬਕ ਬਣਾਉਂਦੇ, ਕਿਹੜੇ ਡਿਸਟ੍ਰਿਕਟ ਦੇ ਕਿੰਨੇ ਸ਼ਰਧਾਲੂ ਉੱਥੇ ਬੈਠੇ ਆ, ਉਹਦੇ ਮੁਤਾਬਕ ਬੱਸਾਂ ਭੇਜੀਆਂ ਜਾਂਦੀਆਂ, ਉਸੇ ਮੁਤਾਬਕ ਸ਼ਰਧਾਲੂ ਆਉਂਦੇ। ਪਰ ਬਦਕਿਸਮਤੀ ਇਹ ਕੁਝ ਨਹੀਂ ਹੋਇਆ। ਔਰ ਦੂਸਰੀ ਗੱਲ, ਉੱਥੇ ਟਵਾਣਾ ਸਾਹਿਬ ਨੰਦੇੜ ਸਾਹਿਬ ਤੋਂ 200 ਕਿਲੋਮੀਟਰ ਦੂਰ ਤੱਕ ਜਿਹੜੀ ਵੀ ਉੱਥੇ ਲੇਬਰ ਦੇ ਵਿੱਚ ਕੰਮ ਕਰਦੇ ਸੀ ਪੰਜਾਬੀ ਅਲੱਗ-ਅਲੱਗ ਫੈਕਟਰੀਆਂ 'ਚ, ਉਹਨਾਂ ਨੂੰ ਜਦੋਂ ਪਤਾ ਲੱਗ ਗਿਆ ਕਿ ਪੰਜਾਬ ਤੋਂ ਬੱਸਾਂ ਆ ਰਹੀਆਂ ਨੇ, ਫ੍ਰੀ 'ਚ ਜਾ ਰਹੇ ਆ, ਉਹ ਸਾਰੇ ਉੱਥੇ ਇਕੱਠੇ ਹੋ ਗਏ, ਉਹ ਵੀ ਸ਼ਰਧਾਲੂਆਂ 'ਚ ਸ਼ਾਮਲ ਹੋ ਗਏ। ਬਹੁਤਾ ਜਿਹੜਾ ਕਰੋਨਾ ਇਸ ਵੇਲੇ ਜਿਹੜਾ ਨੰਦੇੜ ਸਾਹਿਬ ਦੇ ਯਾਤਰੂਆਂ ਦੇ ਗਲ ਮੜਿਆ ਜਾ ਰਿਹਾ, ਉਹਦੇ ਪਿੱਛੇ ਜਿਹੜਾ ਐਕਚੁਅਲੀ ਜਿਹੜੇ ਉਹ ਫੈਕਟਰੀਆਂ 'ਚੋਂ ਕੰਮ ਕਰਦੇ ਨਾਲ ਆਏ ਨੇ ਉਹਨਾਂ ਨੂੰ ਆ, ਜਿਹਦੀ ਬਦੌਲਤ ਬਾਕੀ ਸਾਰੇ ਦੇ ਸਾਰੇ ਜਿਹੜੇ ਆ ਉਹਨਾਂ ਦੇ ਉੱਤੇ ਜਿਹੜੀ ਉਹ ਬਿਲਕੁਲ। ਇੱਕ ਤਾਂ ਦੇਖੋ ਇਹਨਾਂ ਨੂੰ ਡਿਲੇ ਕਰਨਾ ਉਹ ਵੀ ਇੱਕ ਕਾਰਨ ਹੈ ਸੁਰਿੰਦਰ ਸਿੰਘ ਜੀ। ਦੂਸਰਾ, ਜਿਸ ਤਰ੍ਹਾਂ ਰਜ਼ੀਆ ਸੁਲਤਾਨਾ ਕਾਂਗਰਸੀ ਆਗੂ ਨੇ ਆਖਿਆ ਕਿ ਜਿਹੜੇ ਪਹਿਲਾ ਖੇਪ ਆਈ ਹੈ, ਜਿਹੜੀ ਪਹਿਲੇ ਕਾਫਲਾ ਆਇਆ ਤੁਸੀਂ ਦੱਸਿਆ, ਉਹਦੇ ਵਿੱਚ ਵੀ ਲਾਪਰਵਾਹੀ ਹੋਈ ਆ, ਨਿੱਜੀ ਬੱਸਾਂ ਰਾਹੀਂ, ਨਿੱਜੀ ਗੱਡੀਆਂ ਰਾਹੀਂ ਆਏ, ਉਹ ਵੀ ਇੱਕ ਕਾਰਨ ਹੈ। ਦੂਸਰਾ, ਕਿਤੇ ਨਾ ਕਿਤੇ ਮਤਲਬ ਇੱਕ ਦੂਸਰੇ ਤੇ ਰਣਨੀਤੀ ਦੇ ਤਹਿਤ ਜੁਗਾੜ। ਦੇਖੋ ਇੱਥੇ ਵੀ ਕਾਂਗਰਸ ਦੀ ਅਲਾਇੰਸ ਸਰਕਾਰ ਹੈ, ਮਹਾਰਾਸ਼ਟਰ 'ਚ ਵੀ ਅਲਾਇੰਸ ਸਰਕਾਰ ਹੈ ਜਿਹਦੀ ਬੀਜੇਪੀ ਨਾਲ ਕੋਈ ਬਹੁਤੀ ਸਾਂਢ-ਗਾਂਢ ਨਹੀਂ। ਕਿਤੇ ਦੋਨੇ ਇਹ ਸਰਕਾਰਾਂ ਵੀ ਡਿਲੇ ਕਰਨਾ ਚਾਹੁੰਦੀਆਂ ਸੀ ਤਾਂ ਜੋ ਬੀਜੇਪੀ ਨੂੰ ਇਸ ਟਰੈਪ 'ਚ ਫਸਾਇਆ ਜਾ ਸਕੇ। ਬੀਜੇਪੀ ਨੇ ਆਪਣਾ ਟਰੈਪ ਲਾਇਆ ਕਿ ਦੋਨਾਂ ਦੇ ਟਰੈਪ 'ਚ ਟ੍ਰੈਜਡੀ ਨਹੀਂ ਵਾਪਰੀ। ਬਿਲਕੁਲ ਮੈਂ ਇਹਦੇ ਨਾਲ ਸਹਿਮਤ ਹਾਂ। ਦੇਖੋ, ਮੈਂ ਪਹਿਲਾਂ ਕਿਹਾ ਕਿ ਅਗਲੀ ਚੋਣ ਨੂੰ ਮੁੱਖ ਰੱਖ ਕੇ ਰਣਨੀਤੀ ਜਿਹੜੀ ਉਹ ਘੜੀ ਜਾ ਰਹੀ ਆ। ਕੇਂਦਰ ਸਰਕਾਰ ਨੇ ਪਰਮਿਸ਼ਨ ਨਹੀਂ ਦਿੱਤੀ। ਜੇ ਕੇਂਦਰ ਸਰਕਾਰ ਪਰਮਿਸ਼ਨ ਦੇ ਦਿੰਦਾ, ਉਹਨਾਂ ਨੇ 23 ਤਰੀਕ ਨੂੰ ਪਰਮਿਸ਼ਨ ਦਿੱਤੀ। ਪਹਿਲੀ ਗਲਤੀ ਉਹਨਾਂ ਦੀ, ਪਹਿਲੀ ਗਲਤੀ ਉਹਨਾਂ ਦੀ ਆ ਕਿ ਤੁਸੀਂ 1 ਮਹੀਨੇ ਬਾਅਦ ਪਰਮਿਸ਼ਨ ਦੇ ਰਹੇ ਹੋ, ਪਹਿਲੀ ਗਲਤੀ ਉਹਨਾਂ ਦੀ ਆ। ਠੀਕ ਆ। ਦੂਸਰੀ ਗੱਲ, ਜਿਹੜੇ ਮੈਂ ਕਿਹਾ ਪੰਜਾਬ ਤੋਂ 20 ਮੈਂਬਰ ਪਾਰਲੀਮੈਂਟ, 13 ਲੋਕ ਸਭਾ, 7 ਰਾਜ ਸਭਾ ਦੇ ਮੈਂਬਰ ਨੇ, ਇੱਕ ਹਰਦੀਪ ਸਿੰਘ ਪੁਰੀ ਆ, 21 ਦੇ 21 ਦਿੱਲੀ ਬੈਠ ਜਾਂਦੇ। ਉਹਦੀ ਅਗਵਾਈ ਕੌਣ ਕਰਦਾ? ਜਿਹੜੇ ਕੇਂਦਰ 'ਚ ਵਜ਼ੀਰ ਬੈਠੇ ਨੇ, ਭਾਵੇਂ ਤਿੰਨੋਂ ਦੇ ਤਿੰਨੋਂ ਅਗਵਾਈ ਕਰਦੇ, ਉੱਥੋਂ ਗਲ 'ਚ ਅੰਗੂਠਾ ਦੇ ਕੇ ਉਹਨਾਂ ਤੋਂ ਪਰਮਿਸ਼ਨ ਲੈਂਦੇ ਕਿ ਸਾਨੂੰ ਪਰਮਿਸ਼ਨ ਦਿਓ, ਅਸੀਂ ਆਪਣੇ ਯਾਤਰੂ ਲੈ ਕੇ ਆਉਣੇ ਆ। ਇਹ ਸਾਰੇ ਉਹ ਯਾਤਰੂ ਸੀ ਜਿਨ੍ਹਾਂ ਨੇ ਟ੍ਰੇਨ ਦੀ ਇੱਧਰੋਂ ਟ੍ਰੇਨ ਦੇ ਥਰੂ ਗਏ ਨੇ ਤੇ ਉੱਧਰੋਂ ਵਾਪਸੀ ਦੀਆਂ ਇਹਨਾਂ ਦੀਆਂ ਸੀਟਾਂ ਬੁੱਕ ਸੀਗੀਆਂ ਤੇ ਉਹਨਾਂ ਟ੍ਰੇਨਾਂ ਦੇ ਥਰੂ ਵੀ ਇਹ ਵਾਪਸ ਆ ਸਕਦੇ ਸੀ। ਹੁਣ ਵੀ ਤਾਂ ਸਪੈਸ਼ਲ ਟ੍ਰੇਨਾਂ ਚਲਾਈਆਂ, ਉਸ ਵੇਲੇ ਵੀ ਟ੍ਰੇਨਾਂ ਜਿਹੜੀਆਂ ਸਪੈਸ਼ਲ ਚਲਾਈਆਂ ਜਾ ਸਕਦੀਆਂ ਸੀ। ਅਗਲੀ ਗੱਲ ਜਿਹੜੀ ਟਵਾਣਾ ਸਾਹਿਬ ਉਹ ਇਹ ਆ ਕਿ ਜਿੱਥੋਂ ਤੱਕ ਮਹਾਰਾਸ਼ਟਰ ਸਰਕਾਰ ਕਹਿ ਰਹੀ ਅਸੀਂ ਇਹਨਾਂ ਦੇ ਟੈਸਟ ਕੀਤੇ ਆ, ਟੈਸਟ ਨਹੀਂ ਹੋਏ। ਕੇਵਲ ਤੇ ਕੇਵਲ ਜੇ ਕਿਤੇ ਕਰੋਨਾ ਦੇ ਟੈਸਟ ਹੋਏ ਹੁੰਦੇ ਤੇ ਸਥਿਤੀ ਹੋਰ ਹੁੰਦੀ। ਕਰੋਨਾ ਦੇ ਟੈਸਟ ਨਹੀਂ ਹੋਏ, ਕੇਵਲ ਤੇ ਕੇਵਲ ਉਹਨਾਂ ਨੂੰ ਚੈੱਕ ਕੀਤਾ ਗਿਆ।
ਤੁਸੀਂ 2 ਵਾਰੀ ਦਿਹਾੜੀ 'ਚ ਕਰ ਲਓ, 3 ਵਾਰੀ 4 ਵਾਰੀ ਚੈੱਕ ਕਰਨ ਨਾਲ ਤਾਂ ਕਰੋਨਾ ਨਹੀਂ ਨਾ ਆਉਣਾ। ਕਰੋਨਾ ਤਾਂ ਜਦੋਂ ਕਰੋਨਾ ਦਾ ਟੈਸਟ ਲਾਉਂਗੇ ਉਹਦੇ 'ਚ ਆਏਗਾ ਕੋਈ ਪੋਜ਼ਿਟਿਵ ਆ ਕਿ ਨੈਗੇਟਿਵ ਆ। ਉੱਥੇ ਮਹਾਰਾਸ਼ਟਰ ਸਰਕਾਰ ਵੀ ਝੂਠ ਜਿਹੜਾ ਉਹ ਬੋਲ ਰਹੀ ਆ। ਜਿੱਥੋਂ ਤੱਕ ਉੱਥੇ ਕਾਰ ਸੇਵਾ ਵਾਲੇ ਬਾਬੇ ਦੋਨੋਂ, ਚਾਹੇ ਉਹ ਬਾਬਾ ਨਰਿੰਦਰ ਸਿੰਘ ਆ ਚਾਹੇ ਬਾਬਾ ਬਲਵਿੰਦਰ ਸਿੰਘ ਆ, ਉਹਨਾਂ ਵਿਚਾਰਿਆਂ ਦਾ ਕੋਈ ਕਸੂਰ ਨਹੀਂ। ਉਹਨਾਂ ਸੰਗਤ ਇੰਨਾ ਲੰਬਾ ਸਮਾਂ ਜਿਹੜੀ ਆ ਉਹ ਸੰਭਾਲ ਕੇ ਰੱਖੀ ਆ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਲੋਕ ਜਿਹੜੇ ਇਹ ਰਾਜਨੀਤਿਕ ਲੋਕ ਆ, ਇਹ ਰਾਜਨੀਤੀ ਕਰਦੇ ਆ। ਰਾਜਨੀਤੀ ਮੈਂ ਪਹਿਲਾਂ ਕਿਹਾ ਕੇਂਦਰ ਸਰਕਾਰ ਨੇ ਕੀਤੀ, ਅਕਾਲੀ ਦਲ ਨੇ ਕੀਤੀ, ਮਹਾਰਾਸ਼ਟਰ ਸਰਕਾਰ ਨੇ ਕੀਤੀ, ਪੰਜਾਬ ਸਰਕਾਰ ਨੇ ਕੀਤੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੀਤੀ। ਸਾਰੇ ਦੇ ਸਾਰਿਆਂ ਨੇ ਇਹਦੇ ਉੱਤੇ ਰਾਜਨੀਤੀ ਕੀਤੀ। ਔਰ ਉਹ ਰਾਜਨੀਤੀ ਦਾ ਅੱਜ ਹਾਲਤ ਇਹ ਹੋਈ, ਜੇ ਉਹਦੇ 'ਚ ਇਹ ਕਹੇ ਨੇ ਵੀ ਅਕਾਲੀ ਦਲ ਨੂੰ ਇਹਦੀ ਕੋਈ ਵਾਹ ਮਿਲ ਗਈ, ਵਾਹ ਕਿਸੇ ਨੂੰ ਨਹੀਂ ਮਿਲੀ, ਨਾ ਐਸਜੀਪੀਸੀ ਨੂੰ ਮਿਲੀ, ਨਾ ਪੰਜਾਬ ਸਰਕਾਰ ਨੂੰ ਮਿਲੀ। ਸਗੋਂ ਸਿੱਖਾਂ ਦਾ ਇਮੇਜ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਉਹ ਕਿਤੇ ਨਾ ਕਿਤੇ ਧੁੰਦਲਾ ਹੋਇਆ ਕਿ ਸਿੱਖ ਜਿਹੜੇ ਸੀਗੇ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਸੀਗਾ ਉਹ ਭੁੱਖਿਆਂ ਨੂੰ ਜਿਹੜਾ ਸੀਗਾ ਔਰ ਰਜਾਉਣ ਵਾਲੇ ਸੀਗੇ। ਤੇ ਉਹਨਾਂ ਦੀ ਹਾਲਤ ਅੱਜ ਕੀ ਬਣੀ ਕਿ ਉਹਨਾਂ ਦੇ ਨਾਮ ਦੇ ਉੱਤੇ ਜਿੱਦਾਂ ਤਬਲੀਗੀਆਂ ਨੂੰ ਪਹਿਲਾਂ ਬਦਨਾਮ ਲੋਕਾਂ 'ਚ ਸ਼ਾਮਲ ਕੀਤਾ ਗਿਆ, ਹਾਂ ਜਿੱਦਾਂ ਤਬਲੀਗੀਆਂ ਨੂੰ ਬਦਨਾਮ ਕੀਤਾ ਗਿਆ, ਉਸ ਤੋਂ ਪਹਿਲਾਂ ਜਿਸ ਤਰ੍ਹਾਂ NRI ਨੂੰ ਬਦਨਾਮ ਕੀਤਾ ਗਿਆ, ਉਸੇ ਤਰ੍ਹਾਂ ਹੁਣ ਜਿਹੜਾ ਆ ਕੇ ਇੱਥੇ ਹਜੂਰ ਸਾਹਿਬ ਨੰਦੇੜ ਤੋਂ ਜਿਹੜੀ ਸੰਗਤ ਆਈ ਆ ਥੋੜਾ ਲੋਕ ਰਾਏ ਵੇਖੀਏ। ਸੁਰਿੰਦਰ ਸਿੰਘ ਜੀ, ਆਪਾਂ ਜਰਨਲਿਸਟ ਲੋਕ, ਜਗਿਆਸੂ ਲੋਕ, ਪੜ੍ਹੇ ਲਿਖੇ ਜੋ ਲੋਕ ਸਾਰੇ ਜਾਣਦੇ ਆ ਵੀ ਦੋਨੇ ਤਿੰਨੇ ਧਿਰਾਂ ਬੀਜੇਪੀ ਅਕਾਲੀ ਜਿਹੜੇ ਅਲਾਇੰਸ 'ਚ ਨੇ ਜਾਂ ਪੰਜਾਬ ਕਾਂਗਰਸ ਮਹਾਰਾਸ਼ਟਰ ਸਰਕਾਰਾਂ, ਇਹ ਕਿਤੇ ਨਾ ਕਿਤੇ ਰਣਨੀਤੀ ਕਰਦੀਆਂ ਨੇ ਮੰਨਿਆ ਇਸ ਮੁੱਦੇ ਤੇ। ਜਿਹੜਾ ਪੰਜਾਬ ਦਾ ਵੋਟਰ ਹੈ ਜਿਨ੍ਹਾਂ ਨੇ ਇਹਨਾਂ ਨੂੰ ਰੰਕ ਤੋਂ ਰਾਜੇ ਬਣਾਉਣਾ ਅਤੇ ਬਣਾ ਰਹੇ ਨੇ, ਕੀ ਉਹਨਾਂ ਨੂੰ ਥੋੜਾ ਜਿਹਾ ਪਤਾ ਲੱਗਿਆ ਕਿ ਇਸ ਪਿੱਛੇ ਗੇਮ ਕੀ ਹੈ? ਨਹੀਂ, ਉਹ ਬਿਲਕੁਲ ਉਹ ਸਮਝਦੇ ਨੇ। ਨਹੀਂ, ਮੈਂ ਇਹਦੇ ਨਾਲ ਸਹਿਮਤ ਹਾਂ ਟਵਾਣਾ ਸਾਹਿਬ, ਉਹ ਸਮਝਦੇ ਨੇ ਕਿ ਇਹ ਰਾਜਨੀਤੀ ਹੋ ਰਹੀ ਆ, ਲੇਕਿਨ ਪਰ ਮੈਨੂੰ ਤਾਂ ਨਹੀਂ ਲੱਗਦਾ ਕਿ ਉਹਨਾਂ ਨੂੰ ਸਮਝਾਉਣ ਵਾਲਾ ਕੋਈ ਮੀਡੀਆ ਵਾਲਾ ਹੈਗਾ ਜਾਂ ਉਹ ਲੋਕ ਜਾਗਰੂਕ ਨੇ। ਮੀਡੀਆ ਕਹੇ ਨਾ ਕਹੇ, ਦੇਖੋ ਗੱਲ ਕੀ ਆ ਕਿ ਪੰਜਾਬ ਸਰਕਾਰ ਇਸ ਵੇਲੇ ਕੀ ਕਰ ਰਹੀ ਆ। ਪੰਜਾਬ ਸਰਕਾਰ ਕੋਲੇ ਲਿਸਟ ਨਹੀਂ ਸੀ। ਪੰਜਾਬ ਸਰਕਾਰ ਨੂੰ ਪਤਾ ਹੀ ਨਹੀਂ ਕਿੰਨੇ ਸ਼ਰਧਾਲੂ ਆ ਗਏ ਕਿੰਨੇ ਨਹੀਂ, ਉਹਦੇ ਵਿੱਚ ਕਿੰਨੇ ਫੈਕਟਰੀਆਂ 'ਚ ਕੰਮ ਕਰਦੇ ਜਿਹੜੇ ਸੀਗੇ ਵਰਕਰ ਉਹ ਵਿੱਚ ਆਏ, ਇਹਨਾਂ ਨੂੰ ਪਤਾ ਹੀ ਕੁਛ ਨਹੀਂ। ਜੇ ਆ ਗਏ ਨੇ ਉਹਦੇ ਬਾਅਦ ਕੀ ਸੀ? ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਵਾਰ-ਵਾਰ ਕਹਿ ਰਹੀ ਆ ਤੁਸੀਂ ਰਾਜਨੀਤੀ ਨੂੰ ਛੱਡ ਦਿਓ, ਜਿਹੜੀਆਂ ਸਰਾਵਾਂ ਨੇ ਉੱਥੇ ਅਟੈਚ ਬਾਥਰੂਮ ਨੇ, ਉੱਥੇ ਘੱਟੋ ਘੱਟ ਇੰਨਾ ਤਾਂ ਹੈ ਕਿ AC ਲੱਗੇ ਹੋਏ ਨੇ, ਤੁਸੀਂ ਜਿਹੜੇ ਸਿੱਖ ਸ਼ਰਧਾਲੂ ਸੀ ਉਹਨਾਂ ਨੂੰ ਘੱਟੋ ਘੱਟ ਉਹਨਾਂ ਸਰਾਵਾਂ ਦੇ ਵਿੱਚ ਜਿਹੜਾ ਸ਼ਿਫਟ ਕਰ ਦਿੰਦੇ। ਹੁਣ ਵੀ ਤਾਂ ਸ਼ੁਰੂਆਤ ਹੋਈ ਆ, ਜੇ ਪਹਿਲਾਂ ਹੀ ਕਰ ਦਿੰਦੇ ਤੇ ਇਹ ਵਾਵੇਲਾ ਜਿਹੜਾ ਉਹ ਸ਼ੁਰੂ ਨਾ ਹੁੰਦਾ। ਚਲੋ ਜਿਹੜਾ ਮਹੀਨਾ ਪਿੱਛੇ 40 ਦਿਨ 42 ਦਿਨ ਲੰਘ ਗਏ ਉਹ ਲੰਘ ਗਏ, ਲੇਕਿਨ ਹੁਣ ਤਾਂ ਉਹ ਰਾਜਨੀਤੀ ਜਿਹੜੀ ਸੀ ਉਹ ਛੱਡ ਦੇਣੀ ਚਾਹੀਦੀ ਸੀ, ਲੇਕਿਨ ਇਹ ਨਹੀਂ ਹਟੇ। ਜਿੱਥੋਂ ਤੱਕ ਪੰਜਾਬ ਦੇ ਲੋਕਾਂ ਦਾ ਸਵਾਲ ਆ, ਉਹ ਹਰ ਰੋਜ਼ ਸੋਸ਼ਲ ਮੀਡੀਆ ਨੂੰ ਦੇਖ ਰਹੇ ਨੇ। ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰੀਕੇ ਦੇ ਨਾਲ ਵੀਡੀਓ ਆ ਰਹੀਆਂ ਨੇ ਉਹਨੂੰ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਜਿਹੜੇ ਆ ਵੋਟਰ ਆ ਉਹ ਸਮਝ ਰਹੇ ਆ। ਇਹ ਮਤ ਭੁੱਲ ਜਾਣ ਕਿ ਲੋਕਾਂ ਨੂੰ ਨਹੀਂ ਪਤਾ। ਹੁਣ ਦੇਖੋ ਕੀ ਆ ਕਿ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਜੀ, ਜ਼ਰੂਰੀ ਨਹੀਂ ਆ ਕਿ ਉਹ ਰਾਧਾ ਸਵਾਮੀਆਂ ਦੇ ਸਤਸੰਗ ਭਵਨ ਦੇ ਵਿੱਚ ਰਹਿਣਾ ਪਸੰਦ ਕਰੇਗਾ। ਉਹ ਤਾਂ ਦੇਖੋ, ਮੈਂ ਇੱਥੇ ਥੋੜਾ ਜਿਹਾ ਡਿਫਰ ਕਰਾਂਗਾ। ਉੱਥੇ ਉਹ ਸਤਸੰਗ ਭਵਨ 'ਚ ਜਿਹੜਾ ਹੈਗਾ ਕੋਈ ਉੱਥੇ ਪ੍ਰਵਚਨ ਨਹੀਂ ਹੋ ਰਿਹਾ, ਇੱਕ ਬਿਲਡਿੰਗ ਹੈ। ਉਹ ਬਿਲਡਿੰਗ ਇਸ ਵਕਤ ਸਰਕਾਰ ਦੇ ਪੋਜੈਸ਼ਨ 'ਚ ਹੈ। ਇੱਕ ਰਾਹਤ ਕਾਰਜਾਂ ਦੇ ਵਾਸਤੇ ਜੋ ਜਗ੍ਹਾ ਪ੍ਰਸ਼ਾਸਨ ਨੂੰ ਜਿੱਥੇ ਜਿੱਥੇ ਮਿਲੀ ਆ, ਉਹ ਭਾਵੇਂ ਮੰਦਰਾਂ ਦੀ ਆ ਜਾਂ ਜ਼ਿਆਦਾਤਰ ਜਿਵੇਂ ਪਟਿਆਲੇ ਇਲਾਕੇ 400-500 ਕਮਰਾ SGPC ਦਾ, ਇਹਨਾਂ ਦੇ ਕਾਲਜਾਂ ਦਾ, ਸਰਾਵਾਂ ਦਾ, ਗੁਰਦੁਆਰਿਆਂ ਦਾ, ਜਾਂ ਕੋਈ ਡੇਰਾ ਵੀ ਆਉਂਦਾ ਜਿਹਦੇ ਕੋਲ ਵਧੀਆ, ਜਿਵੇਂ ਭਾਈ ਰਣਜੀਤ ਸਿੰਘ ਦਾ ਜਿਹੜਾ ਹੈਗਾ ਸਥਾਨ, ਉਹਦੇ ਵੀ ਕੁਝ ਕਮਰੇ ਲਏ ਨੇ। ਸੋ ਇਸ ਕਰਕੇ ਉਹਦਾ ਪ੍ਰਸ਼ਾਸਨ ਨੇ ਆਪਣੀ ਲੋੜ ਮੁਤਾਬਕ ਲਏ ਨੇ। ਮੇਰੇ ਖਿਆਲ ਇੱਥੇ ਇੰਨੀ ਕੁ ਤਾਂ ਫਰਾਖਦਿਲੀ ਚਾਹੀਦੀ ਹੈ ਕਿ ਯਾਰ ਡੇਰੇ 'ਚ ਮੈਂ ਟਵਾਣਾ ਸਾਹਿਬ ਇਹਦੇ ਨਾਲ ਸਹਿਮਤ ਨਹੀਂ ਆ। ਦੇਖੋ ਗੱਲ ਕੀ ਆ, ਲੋਕਾਂ ਦੀ ਸੈਕੀ ਜੁੜੀ ਹੋਈ ਆ, ਉਹ ਕਿੱਥੇ ਜੁੜੇ ਹੋਏ ਨੇ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ, ਉਹ ਜ਼ਰੂਰੀ ਨਹੀਂ ਹੈ ਕਿ ਉਹ ਡੇਰਾ ਬਿਆਸ ਵਾਲਿਆਂ ਦੇ ਜਿਹੜੇ ਸਤਸੰਗ ਭਵਨ ਨੇ ਉਹ 'ਚ ਰਹਿਣਾ ਪਸੰਦ ਕਰੂਗਾ। ਜ਼ਰੂਰੀ ਨਹੀਂ ਹੈ ਕਿ ਉਹ ਨਿਰੰਕਾਰੀ ਜਿਹੜੇ ਭਵਨ ਨੇ ਉਹਨਾਂ 'ਚ ਰਹਿਣਾ ਪਸੰਦ ਕਰੂਗਾ। ਜ਼ਰੂਰੀ ਨਹੀਂ ਹੈ ਕਿ ਜਿਸ ਤਰ੍ਹਾਂ ਫਰੀਦਕੋਟ, ਮੁਕਤਸਰ, ਉਸ ਏਰੀਏ ਦੇ ਵਿੱਚ ਜਿਹੜੇ ਡੇਰੇ ਸਰਸੇ ਵਾਲੇ ਆ ਉਹਨਾਂ ਦੇ ਵਿੱਚ ਵੀ ਜਿਹੜੇ ਲੋਕ ਠਰਾਏ ਗਏ ਨੇ ਲਿਆ ਕੇ, ਉਹ ਜ਼ਰੂਰੀ ਨਹੀਂ ਹੈ ਉੱਥੇ ਰਹਿਣਾ ਪਸੰਦ ਕਰਨਗੇ। ਇਹ ਵੀ ਜ਼ਰੂਰੀ ਨਹੀਂ ਹੈ ਕਿ ਉਹ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਜਿਹੜਾ ਉਹਨਾਂ ਦਾ ਇੱਥੇ ਪਰਮੇਸ਼ਰ ਦਵਾਰ ਆ ਜਿਹੜਾ ਉੱਥੇ ਹਸਪੀਟਲ ਬਣਿਆ, ਉਹਨਾਂ ਨੇ ਉਹ ਸਰਕਾਰ ਨੂੰ ਹੈਂਡਓਵਰ ਕੀਤਾ। ਜ਼ਰੂਰੀ ਨਹੀਂ ਹੈ ਕਿ ਲੋਕ ਉੱਥੇ ਵੀ ਰਹਿਣਾ ਪਸੰਦ ਕਰਨਗੇ। ਜਿਹੜੇ ਸਿੱਖ ਸ਼ਰਧਾਲੂ ਸੀ ਉਹਨਾਂ ਨੂੰ ਗੁਰਦੁਆਰਾ ਸਾਹਿਬਾਨ ਦੀਆਂ ਜਿਹੜੀਆਂ ਸਰਾਵਾਂ ਸੀ ਉੱਥੇ ਹੀ ਭੇਜਣਾ ਚਾਹੀਦਾ ਸੀਗਾ, ਤੇ ਤਾਂ ਕਿ ਇਹ ਜਿਹੜਾ ਵਾਵੇਲਾ ਖੜਾ ਨਾ ਹੁੰਦਾ। ਹੁਣ ਇੱਥੇ ਕ੍ਰੈਡਿਟ ਵਾਰ ਕੀ ਚੱਲਿਆ? ਕ੍ਰੈਡਿਟ ਵਾਰ ਇਹ ਆ ਕਿ ਅਕਾਲੀ ਦਲ ਚਾਹੁੰਦਾ ਸੀ। ਲੋਕ ਸੱਚੇ ਸੁੱਚੇ ਨੇ। ਦੇਖੋ ਸਿਮਰਜੀਤ ਸਿੰਘ ਮਾਨ ਹੈ, ਉਹ ਵੀ ਡੇਰਾ ਬਿਆਸ ਦੇ ਮੁਖੀ ਨਾਲ ਸਾਂਝ ਰੱਖਦੇ ਨੇ। ਬਲਜੀਤ ਸਿੰਘ ਦਾਦੂਵਾਲ ਨੇ, ਉਹ ਵੀ ਰੱਖਦੇ ਨੇ। ਹੋਰ ਵੀ ਕਈ ਰੱਖਦੇ ਨੇ, ਨੇਤਾ ਰੱਖਦੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਨੇਤਾ ਦੇ ਉਹ ਮਾਮਾ ਸਹੁਰਾ ਨੇ। ਪਰ ਆਮ ਲੋਕ ਥੋੜਾ ਜਿਹਾ ਰੰਜ ਰੱਖਦੇ। ਨਹੀਂ, ਮੈਂ ਟਵਾਣਾ ਸਾਹਿਬ ਉਹਦੇ ਨਾਲ ਸਹਿਮਤ ਆ। ਦੇਖੋ ਕੀ ਆ ਕਿ
ਇਹਦੇ 'ਚ ਕੋਈ ਦੋ ਰਹਿ ਨਹੀਂ ਕਿ ਵੱਡੇ ਨੇਤਾ ਦੇ ਮਾਮਾ ਸਹੁਰਾ ਨੇ, ਪਰ ਉਹੀ ਰਾਜਨੀਤੀ ਕਰ ਰਿਹਾ, ਉਹੀ ਪ੍ਰੈਸ ਕਾਨਫਰੰਸਾਂ ਆ ਕੇ ਕਰ ਰਹੇ ਆ। ਉਹ ਕਹਿੰਦਾ ਡੇਰਿਆਂ 'ਚ ਠਹਿਰਾਤੇ ਆ। ਰਾਜਨੀਤੀ ਕੌਣ ਕਰ ਰਿਹਾ? ਤੂੰ ਡੇਰੇ 'ਚ ਬਰਾਤ ਲੈ ਕੇ ਪੁੱਜਿਆ ਸੀ, ਤੂੰ ਭਾਈ ਡੇਰੇ 'ਚ ਬਰਾਤ ਲੈ ਗਿਆ ਸੀਗਾ, ਲੋਕਾਂ ਨੂੰ ਉੱਥੇ ਠਹਿਰ ਨਹੀਂ ਦਿੰਦਾ। ਅੱਗ ਕੌਣ ਲਾ ਰਿਹਾ? ਅੱਗ ਵੀ ਤਾਂ ਉਹੀ ਲਾ ਰਹੇ ਨੇ ਕਿਤੇ ਨਾ ਕਿਤੇ। ਰਾਜਨੀਤੀ ਜਿਹੜੀ ਆ ਉਹ ਹੋ ਰਹੀ ਆ। ਰਾਜਨੀਤੀ ਨਹੀਂ ਸੀ ਕਰਨੀ ਚਾਹੀਦੀ, ਖਾਸ ਕਰ ਇਸ ਸਟੇਜ ਦੇ ਉੱਤੇ ਆ ਕੇ ਰਾਜਨੀਤੀ ਨਹੀਂ ਸੀ ਹੋਣੀ ਚਾਹੀਦੀ। ਪਰ ਕੁੱਲ ਮਿਲਾ ਕੇ ਇਹ ਜਿੰਨੀਆਂ ਵੀ ਧਿਰਾਂ ਨੇ ਉਹ ਸਾਰੇ ਦੀਆਂ ਸਾਰੀਆਂ ਇਹ 'ਚ ਦੋਸ਼ੀ ਨੇ, ਕਿਸੇ ਨੂੰ ਵੀ ਇਹਦੇ 'ਚ ਬਰੀ ਨਹੀਂ ਕੀਤਾ ਜਾ ਸਕਦਾ। ਸਾਰੀਆਂ ਨੇ ਇਹਦੇ ਉੱਤੇ, ਇਹ ਆਮ ਕਰਕੇ ਇੱਕ ਕਹਾਵਤ ਸੀ ਕਿ ਮੜੀਆਂ ਦੇ ਉੱਪਰ ਇਹ ਜਿਹੜੀਆਂ ਰੋਟੀਆਂ ਸੇਕਦੇ, ਮੜੀਆਂ ਤੇ ਨਹੀਂ। ਇਹ ਤਾਂ ਮਰੀਜ਼ਾਂ ਤੇ ਵੀ ਰੋਟੀਆਂ ਸੇਕ ਰਹੇ ਆ, ਇਹ ਤਾਂ ਸੀਵਿਆਂ ਦੇ ਉੱਤੇ ਵੀ ਰੋਟੀਆਂ ਸੇਕ ਰਹੇ ਨੇ। ਇਹਨਾਂ ਨੇ ਕੋਈ ਥਾਂ ਟਿਕਾਣਾ ਜਿਹੜਾ ਉਹ ਛੱਡਿਆ ਹੀ ਨਹੀਂ ਹੈ। ਬਿਲਕੁਲ ਬਿਲਕੁਲ, ਟਿੱਡੀ ਦਾ ਲਾਹੇ ਹੱਡੀਆਂ ਤੇ ਪਲਦਾ। ਇਸ ਦੌਰਾਨ ਦੂਸਰਾ ਪੱਖ ਜੇ ਇਸ ਤੋਂ ਬਾਅਦ ਦੇਖੀਏ ਆਪਾਂ ਪੰਜਾਬ ਦੀ ਸਥਿਤੀ ਦੀ ਗੱਲ ਕਰੀਏ, ਪੰਜਾਬ ਦੇ ਵਿੱਚੋਂ ਕੱਲ੍ਹ ਵੀ ਪਰਸੋਂ ਵੀ ਸੈਂਕੜਿਆਂ ਦੀ ਤਾਦਾਦ 'ਚ ਮਜ਼ਦੂਰ ਗਏ। ਕੁਛ ਮਜ਼ਦੂਰ ਲੁਧਿਆਣਾ ਤੋਂ ਪੈਦਲ ਗੋਬਿੰਦਗੜ੍ਹ ਜਾ ਰਹੇ ਸੀ, ਸੈਂਕੜੇ ਉਹਨਾਂ ਨੂੰ ਰੋਕਿਆ ਗਿਆ। ਲੱਖਾਂ ਦੀ ਤਾਦਾਦ 'ਚ ਜਿਹੜੇ ਪੰਜਾਬ 'ਚ ਮਜ਼ਦੂਰ ਨੇ, ਮਿਹਨਤਕਸ਼ ਲੋਕ ਨੇ, ਉਹ ਆਪਣੇ ਬਿਹਾਰ, ਯੂਪੀ, ਝਾਰਖੰਡ ਸੂਬਿਆਂ ਨੂੰ ਜਾਣ ਦੇ ਵਾਸਤੇ ਰਜਿਸਟਰਡ ਹੋ ਰਹੇ ਨੇ। ਇਹਦੇ 'ਚ ਤੌਖਲਾ ਇੰਡਸਟਰੀ ਨੂੰ ਕਿ ਲੇਬਰ ਬਿਨਾਂ ਅਸੀਂ ਲੋਕ ਕੀ ਕਰਾਂਗੇ। ਅੱਗੇ ਜਿਹੜਾ ਹੈਗਾ ਨਿਟਿੰਗ ਦਾ ਸੀਜ਼ਨ ਆ ਰਿਹਾ, ਲੁਧਿਆਣਾ ਹੈ ਜਿਹੜੀ ਨਿਟਿੰਗ ਦੀ ਜਿਹੜੀ ਬੁਣਾਈ ਦੀ ਬਹੁਤ ਵੱਡੀ ਇੰਡਸਟਰੀ ਹੈ, ਹੋਰ ਸਮਾਲ ਸਕੇਲ ਇੰਡਸਟਰੀ ਹੈ। ਪੰਜਾਬ ਦੇ ਵਿੱਚ ਜਿਹੜੀ ਖੇਤੀ ਹੈ, ਝੋਨੇ ਦੀ ਲੁਆਈ ਹੈ, ਉਹ ਸਿਰ 'ਤੇ ਖੜੀ ਹੈ। ਇਸ ਦੌਰਾਨ ਮਜ਼ਦੂਰਾਂ ਦੀ ਵੱਡੇ ਪੱਧਰ 'ਤੇ ਆਪਣੇ ਘਰਾਂ ਨੂੰ ਵਾਪਸੀ ਹਰ ਕੋਈ ਜਾਣਾ ਚਾਹੁੰਦਾ। ਭਾਰਤ ਸਰਕਾਰ ਵੀ 1.5 ਲੱਖ ਬੰਦੇ ਨੂੰ ਕੱਢ ਰਹੀ ਹੈ, 64-65 ਜਹਾਜ਼ ਭੇਜ ਰਹੇ ਨੇ ਜਾਂ ਹੋਰ ਕੋਸ਼ਿਸ਼ਾਂ ਹੋ ਰਹੀਆਂ ਨੇ। ਇਹ ਮਜ਼ਦੂਰਾਂ ਦੀ ਆਪਣੇ ਘਰਾਂ ਨੂੰ ਵਾਪਸੀ, ਤੁਸੀਂ ਪੰਜਾਬ ਦੀ ਇਕਨੋਮੀ 'ਤੇ ਕੀ ਅਸਰ ਵੇਖੋਗੇ? ਬਹੁਤ ਕੀ ਸਰਕਾਰ ਦੀ ਫੇਲੀਅਰ ਕਰਕੇ ਜਾ ਰਹੇ ਨੇ? ਬਿਲਕੁਲ ਟਵਾਣਾ ਸਾਹਿਬ, ਬਹੁਤ ਵੱਡਾ ਅਸਰ ਪਏਗਾ। ਕੱਲਾ ਪੰਜਾਬ ਸਰਕਾਰ ਦੀ ਫੇਲੀਅਰ ਨਹੀਂ, ਕੇਂਦਰ ਦੀ ਵੀ ਫੇਲੀਅਰ ਆ। ਇਹਨਾਂ ਨੇ ਗਲਤ ਫੈਸਲੇ ਲਏ, ਗਲਤ ਸਮੇਂ ਤੇ ਫੈਸਲੇ ਲਏ। ਉਸ ਵੇਲੇ ਹੀ ਜਿਹੜਾ ਹਫਤਾ 10 ਦਿਨ ਸੀ, ਸ਼ਾਇਦ ਅੱਜ ਇੰਨਾ ਬੋਝ ਨਾ ਪੈਂਦਾ ਜੇ ਉਸ ਵੇਲੇ ਸਹੀ ਫੈਸਲੇ ਜਿਹੜੇ ਸੀ ਉਹ ਲਏ ਹੁੰਦੇ ਔਰ ਰੋਕ ਕੇ ਲਏ ਹੁੰਦੇ। ਸੰਜਮ ਨਾਲ ਫੈਸਲੇ ਲੈਣ ਦੀ ਲੋੜ ਸੀ, ਲੇਕਿਨ ਉਹ ਨਹੀਂ ਲਏ। ਟਵਾਣਾ ਸਾਹਿਬ 4 ਮਈ ਦੁਪਹਿਰੇ 2:20 ਤੱਕ 8,47,000 ਜਿਹੜਾ ਪ੍ਰਵਾਸੀ ਆ ਉਹਦੀ ਪੰਜਾਬ 'ਚ ਰਜਿਸਟ੍ਰੇਸ਼ਨ ਹੋ ਚੁੱਕੀ ਆ ਕਿ ਇਹਨਾਂ ਪ੍ਰਵਾਸੀ ਵਾਪਸ ਜਾਣਾ ਚਾਹੁੰਦਾ। ਉਸ ਤੋਂ ਬਾਅਦ ਦੀ ਅਪਡੇਟ ਨਹੀਂ ਆਈ ਆ ਕਿ ਕਿੰਨਾ ਹੋਇਆ। ਜਿਹੜਾ 8,47,000 ਆ, ਕਿੰਨਾ ਜਾਏਗਾ? 1200 ਤੋਂ ਵੱਧ ਇੱਕ ਟ੍ਰੇਨ 'ਚ ਨਹੀਂ ਆ ਰਿਹਾ ਜੀ। ਕਿੰਨੀ ਦੇਰ ਲੱਗੂਗੀ? ਰੋਜ਼ ਦੀਆਂ 20 ਟ੍ਰੇਨਾਂ ਤੋਰੋਗੇ, ਕਿੱਥੇ ਜਾਊਗਾ ਕੰਮ? ਤਦ ਵੀ ਤੁਹਾਡੇ ਤੋਂ ਨਿਪਟਣਾ ਨਹੀਂ ਹੈ। 8 ਲੱਖ ਤੋਂ ਮੈਨੂੰ ਲੱਗਦਾ ਕਿਤੇ ਇਹ ਅੰਕੜਾ ਜਿਹੜਾ 12 ਲੱਖ ਤੋਂ ਨਾ ਟੱਪ ਜਾਵੇ। ਜਿਵੇਂ ਪੈਕੇਜ ਦੇ ਰਹੇ ਆ ਸੈਂਟਰ ਵੀ, ਕਾਂਗਰਸ ਵੀ ਕਹਿੰਦੇ ਇਹਨਾਂ ਨੂੰ ਜਾਣ ਦਾ ਪੈਕੇਜ ਦਿਓ। ਚਲੋ ਅੱਛੀ ਗੱਲ ਆ, ਜਿਹੜਾ ਆਪਣੇ ਘਰੇ ਜਾਣਾ ਚਾਹੁੰਦਾ। ਜਦੋਂ ਮਾਯੂਸੀ ਇਸ ਤਰ੍ਹਾਂ ਦੀ ਅਫਰੋ ਤਫਰੀ ਪਰਲੋ ਵਾਲਾ ਮਾਹੌਲ ਬਣਿਆ, ਲੋਕ ਆਪਣੇ ਘਰ ਜਾਣਾ ਚਾਹੁੰਦੇ ਨੇ। ਉਦਰੇਵਾਂ ਵੀ ਹੁੰਦਾ ਹੈ, ਸਾਈਕੋਲੋਜੀਕਲੀ ਵੀ ਇਹਦਾ ਇਫੈਕਟ ਹੁੰਦਾ। ਪਰ ਇਸ ਦੌਰਾਨ ਜੇ ਉਹਨਾਂ ਮਜ਼ਦੂਰਾਂ ਨੂੰ ਤਸੱਲੀ ਦਿੱਤੀ ਜਾਵੇ, ਫੈਕਟਰੀਆਂ ਨੇ ਜਿਹੜੀਆਂ ਉਹ ਚਲਾਉਣ ਦੇ ਵਾਸਤੇ ਸਰਕਾਰ ਵੀ ਸਹਾਇਤਾ ਕਰੇ। ਥੋੜ੍ਹਾ ਇੰਡਸਟਰੀ ਵਾਲੇ ਵੀ, ਪਹਿਲਾਂ ਜਦੋਂ ਕਪਤਾਨ ਸਾਹਿਬ ਨੇ ਆਖਿਆ ਸੀ ਚਲਾ ਦਿਓ, ਤਾਂ ਇੰਡਸਟਰੀ ਵਾਲਿਆਂ ਦੇ ਪੈਰ ਭਾਰੀ ਹੋ ਗਏ, ਕਹਿੰਦੇ ਅਸੀਂ ਨਹੀਂ ਚਲਾਉਂਦੇ, ਪੈਕੇਜ ਦੇ ਦਿਓ। ਹੁਣ ਜਦੋਂ ਮਜ਼ਦੂਰ ਜਾ ਰਹੇ ਨੇ ਤੇ ਹੁਣ ਉਹ ਵੀ ਰੂੰ ਕਰਦੇ ਨੇ। ਮਤਲਬ ਸਾਡੇ ਵੀ ਡਬਲ ਸਟੈਂਡਰਡ ਹੈ। ਪਰ ਇਹਦੇ 'ਚ ਕੀ ਮਹਿਸੂਸ ਕਰਦੇ ਹੋ ਕਿ ਇਹਦਾ, ਜਿਵੇਂ ਕੋਈ ਬਾਹਰੋਂ ਕੰਮ ਹੈ, ਕੁਵੈਤ ਤੋਂ ਸਾਡੇ ਆ ਰਹੇ ਨੇ ਜਿਹੜੇ ਇੱਥੋਂ ਦੇ ਮਿਹਨਤਕਸ਼ ਹੋਰ ਦੇਸ਼ਾਂ ਸੀਗੇ, ਉਹ ਆ ਰਹੇ ਨੇ, ਕੀ ਇਹ ਮਜ਼ਦੂਰਾਂ ਦਾ ਫਿਰ ਅਦਲਾ ਬਦਲੀ ਹੋ ਸਕਦੀ ਹੈ ਕਿ ਪੰਜਾਬ 'ਚ ਪੰਜਾਬੀ ਮਜ਼ਦੂਰ ਨੂੰ ਹੀ ਕੰਮ ਮਿਲ ਜੇ, ਨਹੀਂ ਬਾਹਰਲੇ ਚਲੇ ਜਾਣ? ਟਵਾਣਾ ਸਾਹਿਬ, ਜਿਹੜਾ ਪ੍ਰਵਾਸੀ ਮਜ਼ਦੂਰ ਪੰਜਾਬ 'ਚ ਕੰਮ ਕਰ ਰਿਹਾ, ਉਹ ਸਾਡੇ ਵਾਲਿਆਂ ਨੇ, ਉਹ ਜਿਹੜੇ ਚਾਹੇ ਅਰਬ ਕੰਟਰੀਆਂ 'ਚੋਂ ਆ ਜਾਣ ਤੇ ਚਾਹੇ ਯੂਰਪ 'ਚੋਂ ਆ ਜਾਣ, ਜਿੱਥੋਂ ਮਰਜ਼ੀ ਆ ਜਾਣ, ਕਿਸੇ ਨੇ ਆ ਕੇ ਇਹ ਕੰਮ ਨਹੀਂ ਕਰਨਾ। ਇਸ ਕਰਕੇ ਉਹਨਾਂ ਦਾ ਗੈਪ ਜਿਹੜਾ ਉਹ ਪੂਰਾ ਨਹੀਂ ਹੋਣਾ। ਉਹ ਪ੍ਰਵਾਸੀ ਮਜ਼ਦੂਰ ਹੀ ਕਰ ਸਕਦੇ ਆ, ਉਹਨਾਂ ਨੇ ਹੀ ਕਰਨਾ ਵਾ। ਜਿੱਥੇ ਮਰਜ਼ੀ ਭੱਜ ਲੈਣ, ਜੋ ਕੁਛ ਮਰਜ਼ੀ ਹੋ ਜਾਏ, ਇਹ ਉਹਨਾਂ ਤੇ। ਹਾਂ ਠੀਕ ਆ, ਪਹਿਲਾਂ ਵੀ ਇਹਨਾਂ ਦਿਨਾਂ 'ਚ ਪ੍ਰਵਾਸ ਹੁੰਦਾ ਸੀ, ਉਹ ਵਾਪਸ ਚਲ ਜਾਂਦੇ ਸੀ, ਲੇਕਿਨ ਮਹੀਨੇ ਬਾਅਦ ਆ ਜਾਂਦੇ ਸੀ। ਹੁਣ ਹਾਲਾਤ ਕੁਛ ਅਲੱਗ ਬਣੇ ਪਏ ਨੇ। ਹੁਣ ਦੂਸਰੀ ਗੱਲ, ਸਰਕਾਰਾਂ ਦੇ ਉੱਪਰ ਬੋਝ ਪੈ ਰਿਹਾ। ਕੇਂਦਰ ਸਰਕਾਰ ਨੇ ਬਕਾਇਦਾ ਟਿਕਟ ਜਿਹੜੀ ਆ ਉਹ ਇੱਕ ਨੀਅਤ ਕਰ ਦਿੱਤੀ ਕਿ ਇਹ ਇੰਨੀ ਟਿਕਟ ਲੱਗੇਗੀ। ਤੁਸੀਂ 152 ਕਰੋੜ ਰੁਪਇਆ ਜਿਹੜਾ ਪ੍ਰਾਈਮ ਮਿਨਿਸਟਰ ਕੇਅਰ ਫੰਡ 'ਚ ਦੇ ਰਿਹਾ ਰੇਲਵੇ ਜਿਹੜਾ, ਲੇਕਿਨ ਮਜ਼ਦੂਰ ਜਿਹੜੇ ਆ ਜਿਨ੍ਹਾਂ ਦੀ ਰੋਟੀ ਰੋਜੀ ਖੁੱਸ ਗਈ ਆ, ਜਿਹੜੇ ਸਰਕਾਰ ਦੇ ਰਹਿਮੋ ਕਰਮ ਤੇ ਬੈਠੇ ਆ, ਜਿਹਨੂੰ ਇੰਡਸਟਰੀ ਨੇ, ਜਦੋਂ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਜਿਸ ਦਿਨ ਲੋਕਡਾਊਨ ਕੀਤਾ, ਉਸ ਦਿਨ ਇੱਕ ਗੱਲ ਕਹਿ ਦਿੱਤੀ ਸੀ ਕਿ ਪ੍ਰਾਈਵੇਟ ਸੈਕਟਰ ਜਿਹੜਾ ਉਹਨਾਂ ਦੀ ਪ੍ਰੋਪਰ ਤਨਖਾਹ ਜਿਹੜੀ ਪੂਰੀ ਦੀ ਪੂਰੀ ਦੇਵੇਗਾ, ਕੱਟੇਗਾ ਨਹੀਂ। ਅੱਜ ਤੱਕ ਕਿਸੇ ਨੇ ਫੁੱਟੀ ਕੌਡੀ ਨਹੀਂ ਦਿੱਤੀ ਆ। ਪੰਜਾਬ ਦਾ ਐਜੂਕੇਸ਼ਨ ਮਿਨਿਸਟਰ ਨੇ ਕਹਿਤਾ ਜਿੰਨੇ ਪ੍ਰਾਈਵੇਟ ਸਕੂਲ ਆ ਉਹ ਅਧਿਆਪਕਾਂ ਨੂੰ ਤੇ ਉੱਥੇ ਕੰਮ ਕਰਦੇ ਬਾਕੀ ਜਿਹੜੇ ਮੁਲਾਜ਼ਮ ਸਾਰਿਆਂ ਨੂੰ ਤਨਖਾਹ ਦੇਣਗੇ, ਲੇਕਿਨ ਕਿਸੇ ਨੇ ਫੁੱਟੀ ਕੌਡੀ ਨਹੀਂ ਦਿੱਤੀ। ਈਵਨ ਕਿ ਕਿਤਾਬਾਂ ਜਿਹੜੀਆਂ ਉਹ
ਕਿਸ ਤਰ੍ਹਾਂ ਵਿਕੀਆਂ ਆਪਾਂ ਨੂੰ ਪਤਾ, ਉਹ ਕਿਤਾਬਾਂ ਤੋਂ ਕਰੋਨਾ ਕਿਸ ਤਰ੍ਹਾਂ ਫੈਲਿਆ ਆਪਾਂ ਨੂੰ ਉਹ ਸਾਰਾ ਕੁਝ ਪਤਾ। ਕਿਤੇ ਨਾ ਕਿਤੇ ਰਾਜਨੀਤੀ ਹੋਈ ਆ, ਔਰ ਉਹ ਰਾਜਨੀਤੀ ਦੇ ਵਿੱਚ ਜਿਹੜਾ ਹੁਣ ਜਿਹੜਾ ਮਜ਼ਦੂਰ ਇੱਥੋਂ ਜਾ ਰਿਹਾ, ਜੇ ਅਗਲੇ 5-6 ਮਹੀਨੇ ਨਹੀਂ ਵਾਪਸ ਆਉਂਦਾ, ਜੇ ਸਥਿਤੀ ਨਹੀਂ ਸੁਧਰਦੀ ਤਾਂ ਇੰਡਸਟਰੀ ਜਿਹੜੀ ਉਹ ਬਿਲਕੁਲ ਫਲॉप ਹੋ ਜਾਏਗੀ ਤੇ ਉਹ ਮਜ਼ਦੂਰਾਂ ਨੂੰ ਜਿੱਥੇ ਜਾ ਕੇ ਬੈਠਣਗੇ ਉਹਨਾਂ ਨੂੰ ਵੀ ਉੱਥੇ ਗੁਜ਼ਾਰਾ ਕਰਨਾ ਜਿਹੜਾ ਮੁਸ਼ਕਲ ਹੋ ਜਾਊਗਾ। ਤੇ ਜਿਹੜੇ ਸਾਡੇ ਵਾਲੇ ਵਾਪਸ ਆ ਰਹੇ ਆ ਅਰਬ ਕੰਟਰੀਆਂ ਤੋਂ, ਉਹਨਾਂ ਨੂੰ ਵੀ ਇੱਥੇ ਗੁਜ਼ਾਰਾ ਕਰਨਾ ਜਿਹੜਾ ਮੁਸ਼ਕਲ ਹੋ ਜੂ। ਜਿਹੜੀ ਉੱਥੋਂ ਉਹਨਾਂ ਨੇ ਕਮਾਈ ਕੀਤੀ ਉਹਦੇ ਨਾਲ ਉਹਨਾਂ ਦਾ ਵੀ ਲੰਬਾ ਸਮਾਂ ਜਿਹੜਾ ਉਹ ਨਹੀਂ ਨਿਕਲਣਾ। ਇੱਥੋਂ ਵਾਲੇ ਕੰਮ ਪ੍ਰਤੀ ਉਹ ਨੌ ਸਿੱਖੀਏ ਨੇ, ਅਣਜਾਣ ਨੇ, ਇੱਕ ਇਹ ਵੀ ਪੱਖ ਹੈ। ਦੂਸਰਾ, ਪੰਜਾਬ ਦੀ ਜਾਂ ਭਾਰਤ ਦੀ ਜਿਹੜੀ ਬੈਕਬੋਨ ਹੈ, ਰੀੜ੍ਹ ਦੀ ਹੱਡੀ ਹੈ, ਉਹ ਜ਼ਮੀਨ ਹੈ, ਖੇਤੀਬਾੜੀ ਹੈ, ਜ਼ਰਾਇਤ ਹੈ। ਇਸ ਦੌਰਾਨ ਜੇ ਪੰਜਾਬ ਦੇ ਵਿੱਚ ਵੇਖੀਏ, ਪੰਜਾਬ ਦੇ ਵਿੱਚ ਸਥਿਤੀ ਕੀ ਬਣ ਰਹੀ, ਹਾਲਾਂਕਿ ਮੰਡੀਆਂ ਦੇ ਵਿੱਚ ਕੰਮ ਦੇ ਦੌਰਾਨ ਲੇਬਰ ਦੀ ਘਾਟ ਨਹੀਂ ਸੀ, ਲੇਬਰ ਸ਼ੈਲਰਾਂ ਵਾਲੀ ਜਾਂ ਜਿਹੜੇ ਸਰਕਾਰੀ ਹੋਰ ਮੁਲਾਜ਼ਮ ਸੀ ਉਹਨਾਂ ਨੇ ਲੇਬਰ ਦਾ ਕੰਮ ਕੀਤਾ, ਕੰਮ ਬਹੁਤ ਵਧੀਆ ਚੱਲਿਆ, ਲੇਬਰ ਦੀ ਦਿੱਕਤ ਨਹੀਂ ਆਈ ਜੋ ਔਨ ਰਿਕਾਰਡ ਗੱਲਾਂ ਨੇ, ਥੋੜ੍ਹੀ ਬਹੁਤੀ ਹੁੰਦੀ ਹੈ। ਪਰ ਇਸ ਦੌਰਾਨ ਜਿਹੜਾ ਹੁਣ ਝੋਨੇ ਦੀ ਲੁਆਈ ਦਾ ਮਾਮਲਾ ਹੈ, ਝੋਨੇ ਦੀ ਲੁਆਈ ਵਾਸਤੇ ਬਿਹਾਰੀ ਮਜ਼ਦੂਰਾਂ ਦੀ ਬਹੁਤ ਵੱਡੀ ਜ਼ਰੂਰਤ ਹੈ, ਸਾਡੇ ਉਹਨਾਂ ਤੋਂ ਬਿਨਾਂ ਸਰਦਾ ਨਹੀਂ। ਹਾਲਾਂਕਿ ਇਸ ਦੌਰਾਨ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਹੋਰਾਂ ਦੀਆਂ ਸਟੇਟਮੈਂਟਾਂ ਨੇ ਕਿ ਜੇ ਖੇਤੀ ਦੇ ਸੰਦ ਜਿਵੇਂ ਪੈਡੀ ਟਰਾਂਸਪਲਾਂਟਰ ਹੈਗਾ ਜਿਹੜਾ ਝੋਨੇ ਦੀ ਪਨੀਰੀ ਲਾਉਣ ਵਾਲਾ, ਜਾਂ ਹੋਰ ਸੰਦਾਂ ਤੇ ਜਿਹੜੀ ਸਬਸਿਡੀ ਪੰਜਾਬ ਸਰਕਾਰ ਦੇਣ ਵਾਲੀ ਹੈ ਛੋਟੇ ਕਿਸਾਨਾਂ ਨੂੰ ਜਾਂ ਬੀਬੀਆਂ ਕਿਸਾਨ ਨੇ ਜਿਹੜੀਆਂ, ਉਹਨਾਂ ਨੂੰ 50%, ਬਾਕੀਆਂ ਨੂੰ 40%, ਤੁਸੀਂ 10 ਮਈ ਤੱਕ WhatsApp ਤੇ ਵੀ ਐਪਲੀਕੇਸ਼ਨ ਲਾ ਦਿਓ, ਤੁਹਾਨੂੰ ਇਹਨਾਂ ਸੰਦਾਂ ਤੇ ਜਾਣੀ ਝੋਨੇ ਦੀ ਪਨੀਰੀ ਲਾਉਣ ਵਾਲੇ ਜਿਹੜੇ ਸਾਧਨ ਨੇ ਪੈਡੀ ਟਰਾਂਸਪਲਾਂਟਰ ਜਾਂ ਹੋਰ, ਉਹਨਾਂ ਤੇ ਤੁਹਾਨੂੰ 50%, 40% ਸਬਸਿਡੀ ਅਸੀਂ ਦੇਵਾਂਗੇ। ਕੀ ਪੰਜਾਬ ਦੀ ਖੇਤੀ ਜਿਹੜੀ ਆ ਹੁਣ ਮਾਡਰਨਾਈਜ਼ ਹੋ ਜਾਏਗੀ, ਉਹ ਬਦਲ ਇਸ ਦਾ ਮਿਲੇਗਾ, ਜਾਂ ਸਰਕਾਰ ਇਸ ਤੋਂ ਵੱਧ ਹੋਰ ਕੀ ਕਰ ਵੀ ਸਕਦੀ ਹੈ? ਦੂਜਾ ਇਸ ਦਾ ਇੱਕ ਹੋਰ ਬਦਲ ਹੈ, ਜਿਵੇਂ ਬਾਦਲ ਵਜ਼ਾਰਤ ਵਕਤ ਇੱਕ ਬਹੁਤ ਅੱਛਾ ਉਹਨਾਂ ਨੇ ਕੰਮ ਕੀਤਾ ਸੀ, ਪਾਣੀ ਦਾ ਜਿਹੜਾ ਲੈਵਲ ਆ, ਵਾਟਰ ਦੀ ਜਿਹੜੀ ਸਤਹ ਆ, ਵਾਟਰ ਟੇਬਲ, ਉਹਨੂੰ ਅਪ ਕਰਨ ਦੇ ਵਾਸਤੇ ਜਿਹੜਾ 10 ਜੂਨ ਤੋਂ 20 ਜੂਨ ਤੋਂ ਪਹਿਲਾਂ ਝੋਨਾ ਲਾਉਣਾ ਬੈਨ ਸੀਗਾ, ਜਿਹੜਾ ਕੋਈ ਲਾਉਂਦਾ ਸੀ ਵਾਹ ਦਿੱਤਾ ਜਾਂਦਾ ਸੀ। ਤੇ ਹੁਣ ਇਹ ਮੰਗ ਵੀ ਉੱਠ ਰਹੀ ਹੈ ਕਿ ਪਹਿਲਾਂ ਝੋਨਾ ਲਾਉਣਾ ਖੋਲ੍ਹ ਦਿਓ, ਤਾਂ ਜੋ ਦੇਖੋ ਬਿਜਲੀ ਵਾਧੂ ਹੈ, ਫੈਕਟਰੀਆਂ ਬੰਦ ਨੇ, ਬਿਜਲੀ ਬਾਫਰ ਹੋਈ ਪਈ ਹੈ, ਫੈਕਟਰੀਆਂ ਬੰਦ ਹੋਣ ਕਰਕੇ ਬਿਜਲੀ ਹੈ ਕਿਸਾਨੀ ਨੂੰ ਦਿੱਤੀ ਜਾਵੇ, ਝੋਨਾ ਜਿਹੜਾ ਅਗਾਊਂ ਲਾਉਣ ਦੀ ਆਗਿਆ ਦਿੱਤੀ ਜਾਵੇ, ਜੇ ਲੇਬਰ ਥੋੜ੍ਹਾ ਥੋੜ੍ਹਾ ਕਰਕੇ ਵੀ ਲਾਏਗੀ, ਸੀਜ਼ਨ ਲੰਮਾ ਚੱਲੇਗਾ ਲੁਆਈ ਦਾ। ਇਹ ਜਿਹੜੇ ਦੋ ਸਵਾਲ ਨੇ, ਇੱਕ ਤਾਂ ਆਧੁਨਿਕ ਮਸ਼ੀਨਾਂ ਵਾਸਤੇ ਸਬਸਿਡੀ, ਤੇ ਦੂਸਰਾ ਬਿਜਲੀ ਦੀ ਮੰਗ ਖੋਲ੍ਹਣਾ ਬਹੁਤ ਜਾਇਜ਼ ਮੁੱਦਾ ਹੈ, ਜਿੱਤੇ ਸਰਕਾਰ ਅਜੇ ਜਾਂ ਕੋਈ ਚਰਚਾ ਨਹੀਂ ਹੋ ਰਹੀ ਬਹੁਤੀ। ਟਵਾਣਾ ਸਾਹਿਬ, ਸਭ ਤੋਂ ਪਹਿਲੀ ਗੱਲ ਤੇ ਜਿਹੜੇ ਐਗਰੀਕਲਚਰ ਡਿਪਾਰਟਮੈਂਟ ਦੇ ਦਾਅਵੇ ਨੇ ਸਾਰੇ ਖੋਖਲੇ ਨੇ। ਠੀਕ ਹੈ, ਕਾਹਨ ਸਿੰਘ ਪੰਨੂ ਜਿਹੜੇ ਆ ਉਹ ਇੱਕ ਕਿਸਾਨ ਪਰਿਵਾਰ ਨੂੰ ਬਿਲੋਂਗ ਕਰਦੇ ਆ, ਅੱਛੇ ਅਫਸਰ ਨੇ, ਅੱਛੇ ਅਫਸਰ ਆ, ਇਮਾਨਦਾਰ ਆ, ਲੇਕਿਨ ਐਗਰੀਕਲਚਰ ਦੇ ਇਹ ਸਾਰੇ ਦੇ ਸਾਰੇ ਜਿਹੜੇ ਐਕਸਪੈਰੀਮੈਂਟ ਆ ਉਹ ਅਸੀਂ ਕਰਕੇ ਛੱਡੇ ਹੋਏ ਆ। ਜਿੱਥੋਂ ਤੱਕ ਇਹ ਆਉਂਦੇ ਆ ਕਿ ਕਹਿੰਦੇ ਜਿਸ ਤਰ੍ਹਾਂ ਕਣਕ ਦੀ ਬਿਜਾਈ ਕਰਦੇ ਹੋ ਝੋਨੇ ਦੀ ਬਿਜਾਈ ਕਰੋ, 1.5 ਲੱਖ ਦੀ ਡਰਿੱਲ ਆਈ, ਉਹਦੇ ਨਾਲ ਬਿਜਾਈ ਕੀਤੀ, ਜਿਹੜਾ ਝੋਨਾ 35 ਕੁਇੰਟਲ 38 ਕੁਇੰਟਲ 40 ਕੁਇੰਟਲ ਤੱਕ ਨਿਕਲਦਾ ਸੀ ਉਹ 16 ਕੁਇੰਟਲ ਤੇ ਆ ਕੇ ਰੁਕ ਗਿਆ। ਕੌਣ ਭਰਪਾਈ ਉਹਦੀ ਕਰੇਗਾ? ਇਹ ਉਹਦੀ ਹਾਲਤ ਬਣੀ। ਦੂਸਰੀ ਗੱਲ ਇਹਨਾਂ ਕਿਹਾ ਕਿ ਵੱਟਾਂ ਦੇ ਉੱਪਰ ਜਿਹੜਾ ਝੋਨਾ ਲਵਾਓ ਕਿ ਤਾਂ ਕਿ ਉਹਨੂੰ ਪਾਣੀ ਦੀ ਘੱਟ ਜ਼ਰੂਰਤ ਪਵੇ, ਖੇਤ ਭਰਨਾ ਨਾ ਪਵੇ। ਵੱਟਾਂ ਦੇ ਉੱਪਰ ਝੋਨਾ ਲਵਾਇਆ, ਉਹਦੀ ਵੀ ਹਾਲਤ ਇਹੀ ਹੋਈ ਕਿ 20 ਕੁਇੰਟਲ ਨੂੰ ਉਹ ਨਹੀਂ ਟੱਪਿਆ। ਐਗਰੀਕਲਚਰ ਡਿਪਾਰਟਮੈਂਟ ਚਾਹੁੰਦਾ ਸੀ ਕਿ ਸਟੇਟਮੈਂਟ ਜਿਹੜੀ ਆ ਉਹ ਸਾਡੇ ਮੁਤਾਬਕ ਦੇ ਦਿਓ ਕਿ ਇਹਦੇ 'ਚ ਬਹੁਤ ਜ਼ਿਆਦਾ ਪ੍ਰੋਫਿਟ ਆ, ਪਾਣੀ ਦੀ ਵੀ ਬਚਤ ਹੁੰਦੀ ਆ, ਤੇ ਤਾਂ ਕਿ ਕਿਸੇ ਤਰੀਕੇ ਨਾਲ ਜਿਹੜਾ ਕਿਸਾਨ ਆ ਉਹ ਸਾਰਾ ਇੱਧਰ ਨੂੰ ਮੋਟੀਵੇਟ ਹੋ ਜਾਏ। ਲੇਕਿਨ ਉਹ ਕੁਝ ਨਹੀਂ ਬਣ ਸਕਿਆ। ਜਿੱਥੋਂ ਤੱਕ ਇਹਨਾਂ ਕਿਹਾ ਕਿ ਜਿਹੜੀ ਮਸ਼ੀਨ ਆ ਝੋਨਾ ਲਗਾਉਣ ਵਾਲੀ ਆ, ਜਿਹੜੀ ਇਹਨਾਂ ਨੇ ਗੱਲ ਕੀਤੀ ਆ, ਉਹ ਸਾਡੇ ਪੰਜਾਬ 'ਚ ਕਾਮਯਾਬ ਹੀ ਨਹੀਂ ਆ। ਉਹ ਕੇਵਲ ਤੇ ਕੇਵਲ ਰੇਤਲੇ ਏਰੀਏ ਦੇ ਵਿੱਚ ਕਾਮਯਾਬ ਆ। ਇੱਥੇ ਜਿੱਥੇ 2-2 ਫੁੱਟ ਬੰਦੇ ਦਾ ਪੈਰ ਜਿਹੜਾ ਉਹ ਜਿਸ ਵੇਲੇ ਕੱਦੂ ਕੀਤਾ ਜਾਂਦਾ ਉਹਦੇ 'ਚ ਪੈਰ ਖੁੱਬਦਾ, ਉਹਦੇ ਵਿੱਚ ਉਹ ਮਸ਼ੀਨ ਕਿੱਥੋਂ ਕਾਮਯਾਬ ਹੋਏਗੀ? ਉਹ ਮਸ਼ੀਨ ਕੇਵਲ ਤੇ ਕੇਵਲ ਰੇਤਲੇ ਏਰੀਏ ਲਈ ਆ, ਤੇ ਰੇਤਲੇ ਏਰੀਏ 'ਚ ਝੋਨਾ ਲੱਗਦਾ ਨਹੀਂ। ਉੱਥੇ ਜ਼ਿਆਦਾ ਜਿਹੜਾ ਉਹ ਨਰਮੇ ਦਾ ਕੰਮ ਚੱਲਦਾ, ਜਾਂ ਉੱਥੇ ਮੱਕੀ ਹੋ ਜਾਏਗੀ, ਜਿਹੜੀਆਂ ਵੀ ਉੱਥੇ ਦਾਲਾਂ ਨੇ ਉਹ ਬੀਜੀਆਂ ਜਾਣਗੀਆਂ, ਉੱਥੇ ਉਹ ਨਹੀਂ ਆ। ਇਸ ਕਰਕੇ ਉਹ ਜਿਹੜੀਆਂ ਮਸ਼ੀਨਾਂ ਨੇ ਉਹ ਇੱਥੇ ਸਾਡੇ ਕਾਮਯਾਬ ਹੀ ਨਹੀਂ, ਖਾਸ ਕਰ ਝੋਨੇ ਦੇ ਲਈ ਕਾਮਯਾਬ ਨਹੀਂ। ਤੇ ਹੋਰ ਕੋਈ ਅਲਟਰਨੇਟਿਵ ਕੱਢ ਨਹੀਂ ਸਕੇ, ਨਾ ਐਗਰੀਕਲਚਰ ਯੂਨੀਵਰਸਿਟੀ ਨੇ ਕੱਢਿਆ, ਨਾ ਐਗਰੀਕਲਚਰ ਡਿਪਾਰਟਮੈਂਟ ਨੇ ਕੀਤਾ, ਕਿਸੇ ਨੇ ਵੀ ਨਹੀਂ। ਉਹਦੇ 'ਚ ਸਾਰੇ ਦੇ ਸਾਰੇ ਜਿਹੜੇ ਆ ਉਹ ਕਿਸੇ ਨਾ ਕਿਸੇ ਮੋੜ ਤੇ ਆ ਕੇ ਜਿਹੜੇ ਆ ਉਹ ਫੇਲ ਹੋਏ ਆ। ਹੁਣ ਰਹੀ ਗੱਲ ਇਸ ਤੋਂ ਅਗਲੀ ਕਿ ਝੋਨਾ ਜਿਹੜਾ ਉਹ ਐਡਵਾਂਸ ਲਵਾਉਣ ਦਾ, ਉਹ ਇੱਕੋ ਇੱਕ ਅਲਟਰਨੇਟਿਵ ਆ ਸਟੇਟ ਕੋਲੇ, ਕਿਉਂਕਿ
ਦੇਖੋ ਬਿਜਲੀ ਅਸੀਂ ਖਰੀਦ ਨਹੀਂ ਰਹੇ, ਜਿਹੜੇ 3 ਪਾਵਰ ਪਲਾਂਟ ਨੇ ਸਾਡੇ ਕੋਲ, ਤਲਵੰਡੀ ਸਾਬੋ ਵਾਲਾ, ਰਾਜਪੁਰੇ ਵਾਲਾ ਤੇ ਗੋਇੰਦਵਾਲ ਸਾਹਿਬ ਵਾਲਾ, ਉਹਦੇ ਤੋਂ ਅਸੀਂ ਬਿਜਲੀ ਨਹੀਂ ਖਰੀਦ ਰਹੇ, ਲੇਕਿਨ 13 ਕਰੋੜ ਰੁਪਇਆ ਪਰ ਡੇ ਉਹਨਾਂ ਨੂੰ ਪੇ ਕਰਨਾ ਪੈ ਰਿਹਾ, ਕਿਉਂਕਿ ਜਿਹੜਾ ਐਗਰੀਮੈਂਟ ਕੀਤਾ ਹੋਇਆ ਪੰਜਾਬ ਸਰਕਾਰ ਨੇ ਇੱਕ ਦਿਨ ਨਾ ਕੀਤੀ ਸੀ, ਕੇਂਦਰ ਨੇ ਕੁੱਲ ਮਿਲਾ ਕੇ ਜੇ ਉਸ ਪਾਸੇ ਕੰਮ ਕਰਦੇ ਤਾਂ ਅੱਛਾ ਰਹੇਗਾ। ਝੋਨੇ ਦਾ ਸਮਾਂ ਖੋਲ ਦੇਣਾ ਚਾਹੀਦਾ ਵੈਸੇ, ਨਹੀਂ ਅਲਟਰਨੇਟ ਵੀ ਹੋਰ ਕੋਈ ਨਹੀਂ, ਤੁਹਾਨੂੰ ਖੋਲਣਾ ਪਏਗਾ। ਕਿਸਾਨਾਂ ਨੂੰ ਹੁਣ ਤੋਂ ਕਹਿਣਾ ਪਏਗਾ ਕਿ ਅਗੇਤੀ ਪਨੀਰੀ ਜਿਹੜੀ ਉਹ ਬੀਜ ਦਿਓ, ਤਾਂ ਕਿ ਕਿਸਾਨ ਜਿਹੜੇ ਆ ਲਗਾਤਾਰ, ਕਿਸਾਨ ਵੀ ਇਹਦੇ ਤੇ ਘਤਿੱਤ ਕਰ ਰਹੇ ਨੇ। ਉਹ ਦੱਸਾਂਗੇ ਕਿ ਕਿਸਾਨ ਵੀ ਚਾਲੂ ਹੋ ਗਏ ਨੇ ਇਸ ਮਾਮਲੇ 'ਚ, ਮਚਲੇ ਹੋ ਗਏ ਨੇ, ਮਾਫੀ ਚਾਹੁੰਦੇ ਹਾਂ। ਉਹ ਕਿਉਂ ਮਚਲੇ ਹੋ ਗਏ ਨੇ, ਉਹ NRI ਨੂੰ ਵੀ ਕਾਫੀ ਨੁਕਸਾਨ ਇਹਦੇ 'ਚ ਰਹੇਗਾ, ਹੋਰਾਂ ਨੂੰ ਵੀ ਰਹੇਗਾ। ਇਸ ਵਕਫੇ ਤੋਂ ਬਾਅਦ ਜ਼ਿਕਰ ਕਰਾਂਗੇ ਕਿ ਜੱਟ ਮਚਲਾ ਖੁਦਾ ਨੂੰ ਲੈ ਕੇ ਚੋਰ, ਜੱਟ ਕਿਉਂ ਮਚਲਾ ਹੋ ਗਿਆ ਕਰੋਨਾ ਦੇ ਕਾਰਨ, ਇਸ ਵਿਸ਼ੇ ਤੇ ਗੱਲ ਕਰਾਂਗੇ ਸੁਰਿੰਦਰ ਸਿੰਘ ਜੀ ਇਸ ਵਕਫੇ ਤੋਂ ਬਾਅਦ। ਅਕਾਲ ਚੈਨਲ ਦੇ ਸਤਿਕਾਰਤ ਦਰਸ਼ਕਾਂ ਦਾ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਵਿੱਚ ਇਸ ਬ੍ਰੇਕ ਤੋਂ ਬਾਅਦ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ ਹੈ। ਨਾਲ ਸਵਾਗਤ ਹੈ ਅੱਜ ਆਪਣੇ ਨਾਲ ਇਸ ਪ੍ਰੋਗਰਾਮ ਦੇ ਸ਼ਾਮਲ ਹੈ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਸੁਰਿੰਦਰ ਸਿੰਘ ਜੀ। ਸਵਾਗਤ ਹੈ ਆਪ ਜੀ ਦਾ ਇੱਕ ਵਾਰ ਫਿਰ ਤੋਂ। ਜਿਹੜੀ ਮੈਂ ਤੋਂ 9 ਰੁਪਏ ਪ੍ਰਤੀ ਕੁਇੰਟਲ ਜਿਹੜਾ ਹੈਗਾ ਘੱਟ ਬੀਜੇਪੀ ਨੇ ਲਾ ਦਿੱਤਾ, ਸੈਂਟਰ ਨੇ। ਅਕਾਲੀ ਉਹਦਾ ਵਿਰੋਧ ਵੀ ਥੋੜਾ ਬਹੁਤਾ ਕਰ ਰਹੇ ਨੇ ਕਿਉਂਕਿ ਭਾਈਵਾਲ ਨੇ। ਇਸ ਦੌਰਾਨ ਜਿਹੜਾ ਜੱਟ ਮਚਲਾ ਹੋ ਗਿਆ, ਮੈਂ ਸਮਝਦਾ ਕਿ ਦੇਖੋ ਕਿਸਾਨੀ ਦਾ ਜਿਹੜਾ ਬਾਗਬਾਨੀ ਵਾਲਾ ਪਾਰਟ ਹੈ, ਬਾਗਬਾਨਾਂ ਨੂੰ, ਫਲਾਂ ਵਾਲਿਆਂ ਨੂੰ, ਸਬਜ਼ੀਆਂ ਵਾਲਿਆਂ ਨੂੰ ਥੋੜਾ ਘਾਟਾ ਪਿਆ ਕਰੋਨਾ ਨਾਲ। ਜਿਹੜਾ ਮੋਟਾ ਅਨਾਜ ਹੈ, ਕਣਕ ਤੇ ਝੋਨਾ ਵਾਲਿਆਂ ਦੀ ਜਿਹੜੀ, ਜਿਵੇਂ ਕਣਕ ਹੈ ਵਧੀਆ ਚੱਕੀ ਗਈ ਹੈ, ਰੇਟ ਠੀਕ ਮਿਲਿਆ, ਕੋਈ ਦਿੱਕਤ ਨਹੀਂ ਆਈ। ਮਤਲਬ ਮੌਸਮੀ ਮਾਰ ਤਾਂ ਹੈਗੀ ਹੈ, ਕਰੋਨਾ ਦੇ ਕਾਰਨ ਕੋਈ ਮਾਰ ਨਹੀਂ। ਜੱਟ ਮਚਲਾ ਐ ਹੋ ਗਿਆ ਵੀ ਜੱਟ ਖੇਤੀ ਛੱਡਣ ਲੱਗ ਪਿਆ। ਜਿਹੜੀਆਂ ਜ਼ਮੀਨਾਂ ਹੁਣ NRI ਦੀਆਂ ਨੇ, ਜਾਂ ਜਿਹੜੀਆਂ ਜ਼ਮੀਨਾਂ ਲੋਕਾਂ ਨੇ ਚੁਕੋਤੇ ਬਟਾਈ ਠੇਕੇ 'ਤੇ ਦਿੱਤੀਆਂ ਹੋਈਆਂ ਨੇ, ਪੰਜਾਬ ਦਾ ਕਿਸਾਨ ਇੱਥੇ ਮਚਲਾ ਹੋ ਗਿਆ ਕਿ ਪਤਾ ਨਹੀਂ ਵਿਕੂ, ਪਤਾ ਨਹੀਂ ਵਿਕੂ, ਅਸੀਂ ਤਾਂ ਜੀ ਤੁਹਾਡੀ ਜ਼ਮੀਨ ਲੈਣੀ ਨਹੀਂ ਠੇਕੇ 'ਤੇ। ਉਹਦਾ ਕਾਰਨ ਇੱਕੋ ਹੀ ਆ, ਅਗਲਾ ਕਹਿੰਦਾ ਯਾਰ ਹੋਰ ਕਿਹਨੂੰ ਦੇਵਾਂਗੇ, ਵਿਹਲੀ ਪਈ ਆ, ਤੂੰ 10,000 ਘੱਟ ਦੇ ਦੀ। ਮਤਲਬ ਕਿਸਾਨ ਉੱਪਰੋਂ ਮਨਾ ਕਰਕੇ ਨਾ ਉਹ ਹੁਣ ਕੱਟ ਲਾ ਰਿਹਾ ਕਿ ਮੈਂ ਤੇਰਾ ਸੌਦਾ ਨਹੀਂ ਲੈਣਾ ਭਾਈ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹਦੇ 'ਚ ਜਿਹੜੇ ਲੋਕ ਆਪਣੀ ਜ਼ਮੀਨ ਠੇਕੇ 'ਤੇ ਦਿੰਦੇ ਨੇ ਉਹਨਾਂ ਨੂੰ ਕਾਫੀ ਰਗੜਾ ਲੱਗ ਰਿਹਾ। ਟਿਵਾਣਾ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ ਕਰੋਨਾ ਦੀ ਦਹਿਸ਼ਤ ਇੰਨੀ ਕੋ ਪਾ ਦਿੱਤੀ ਗਈ ਕਿ ਜੱਟ ਇਕੱਲਾ ਮਚਲਾ ਨਹੀਂ ਹੋਇਆ, ਹਰ ਇਨਸਾਨ ਨੂੰ ਡਰਾ ਕੇ ਅੰਦਰ ਵਾੜ ਦਿੱਤਾ ਗਿਆ। ਸਾਨੂੰ ਜਿਹੜੇ ਪ੍ਰੀਕਾਸ਼ਨ ਵਰਤਣੇ ਚਾਹੀਦੇ ਸੀ ਉਹ ਵਰਤਣੇ ਚਾਹੀਦੇ ਸੀ, ਪਰ ਲੋਕਾਂ ਨੂੰ ਇਸ ਤਰ੍ਹਾਂ ਅੰਦਰ ਬੰਦ ਨਹੀਂ ਸੀ ਕਰਨਾ ਚਾਹੀਦਾ, ਕਿਉਂਕਿ ਸਾਡੇ ਕੋਲ ਨਾ ਭਾਰਤ ਕੋਲੇ, ਨਾ ਸਾਡੀ ਸਟੇਟ ਪੰਜਾਬ ਕੋਲੇ ਪੂਰੇ ਦੇ ਪੂਰੇ ਇਹਨਾਂ ਕੋਲੇ ਉਹ ਸਿਸਟਮ ਨਹੀਂ ਸੀ ਜਿਹਦੇ ਨਾਲ ਇਹ ਟੈਸਟ ਕਰ ਸਕਦੇ। ਕੋਈ ਕਿੱਟ ਨਹੀਂ ਸੀ, ਕੁਛ ਨਹੀਂ ਸੀ। ਇਸ ਕਰਕੇ ਇਹ ਸੀ ਕਿ ਲੋਕਾਂ ਨੂੰ ਇੱਕਦਮ ਅੰਦਰ ਬੰਦ ਕਰ ਲਓ। ਇਹਦੇ 'ਚ ਆਪਾਂ ਜੇ ਮੁੱਦੇ ਵੱਲ ਨੂੰ ਆਈਏ, ਇਹਦੇ 'ਚ ਜਿਹੜਾ ਪੰਜਾਬ, ਕਿਉਂਕਿ ਖੇਤੀ ਆਧਾਰਿਤ ਇਕੋਨਮੀ ਹੈ, ਜੇ ਜ਼ਮੀਨਾਂ ਦੇ ਰੇਟ ਟੁੱਟਣਗੇ, ਇਹ ਠੀਕ ਹੈ, ਕਿਤੇ ਜਿੱਥੇ ਜਦਵੈਂਸ ਜ਼ਿਆਦਾ ਜ਼ਰੂਰ ਘਟ ਜਾਣਾ ਚਾਹੀਦਾ, ਕਿਉਂਕਿ ਜੱਟ ਫਿਰ ਜਿਹੜਾ ਜਿੱਦ 'ਚ ਚੱਕ ਕੇ ਰੇਟ ਉਹ ਘਟ। ਪਰ ਇਹਦੇ ਨਾਲ ਜਿਵੇਂ ਹੁਣ ਜ਼ਮੀਨਾਂ ਲੋਕ ਛੱਡ ਰਹੇ ਨੇ ਤੇ ਇਹਦੇ 'ਚ ਇਕੋਨਮੀ ਹੋਰ ਡਿੱਗੇਗੀ, ਆਰਥਿਕਤਾ ਡਿੱਗੇਗੀ। ਬਿਲਕੁਲ ਟਿਵਾਣਾ ਸਾਹਿਬ, ਕਿਉਂਕਿ ਇੱਕ ਤਾਂ ਕਿਸਾਨ ਦਾ ਆਪਣਾ ਪ੍ਰੋਡਕਟ ਘਟ ਜਾਏਗਾ। ਮੈਂ ਉੱਥੇ ਆਉਣ ਲੱਗਾ ਸੀ। ਦੇਖੋ ਗੱਲ ਕੀ ਆ, ਦੇਖੋ ਜਿਹੜੀ ਕੱਚੇ ਆਲੂ ਦੀ ਪਟਾਈ ਹੁੰਦੀ ਆ ਜਾਂ ਮਟਰ ਦੀ ਜਿਹੜੀ ਐਡਵਾਂਸ ਆ, ਜਿਹਦੇ 'ਚ ਹੁਸ਼ਿਆਰਪੁਰ, ਨਵਾਂ ਸ਼ਹਿਰ ਤੇ ਅੰਮ੍ਰਿਤਸਰ ਦਾ ਕੁਛ ਏਰੀਆ ਆਉਂਦਾ, ਉੱਥੇ ਦੁਬਾਰਾ ਕਣਕ ਦੀ ਬਿਜਾਈ ਹੋ ਜਾਂਦੀ ਤੇ ਕਣਕ ਦੀ ਕਟਾਈ ਹੋ ਜਾਂਦੀ ਆ। ਜਿਹਦੇ 'ਚ ਦੁਆਬੇ ਦਾ ਤੇ ਮਾਲਵੇ ਦਾ ਬਹੁਤ ਏਰੀਆ ਆਉਂਦਾ ਜਿੱਥੇ ਪੱਕੇ ਆਲੂ ਦੀ ਪਟਾਈ ਹੁੰਦੀ ਆ। ਪੱਕੇ ਆਲੂ ਦੀ ਪਟਾਈ ਹੋਈ ਸੀ, ਬਰਸਾਤ ਹੋ ਗਈ, ਆਲੂ ਖੇਤ 'ਚ ਪਿਆ ਸੀ, ਕੋਲਡ ਸਟੋਰ ਤੱਕ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਕਿਸਾਨ ਦਾ ਬਹੁਤ ਵੱਡਾ ਘਾਟਾ ਪਿਆ। ਉਹਦੇ ਬਾਅਦ ਉੱਥੇ ਖਰਬੂਜਾ ਤੇ ਹਦਵਾਣਾ, ਦੋ ਚੀਜ਼ਾਂ ਦੀ ਜਿਹੜੀ ਖੇਤੀ ਹੋ ਗਈ। ਉਹਦੇ 'ਚ ਪਟਿਆਲੇ ਦਾ ਵੀ ਬਹੁਤ ਏਰੀਆ। ਹਾਲਾਤ ਕੀ ਬਣੀ, ਸਬਜ਼ੀ ਦਾ ਜਿੰਨਾ ਰੇਟ ਗਿਰਿਆ ਉਹਦੇ ਨਾਲ ਕਿਸਾਨ ਦਾ ਜਲੂਸ ਨਿਕਲ ਗਿਆ। ਖਰਬੂਜਾ ਤੇ ਹਦਵਾਣਾ ਲੈ ਕੇ ਹੁਣ ਕਿਸਾਨ ਨੇ ਤਾਂ ਆ ਕੇ ਲੋਕਾਂ ਦੇ ਘਰ 'ਚ ਨਹੀਂ ਵੇਚਣਾ, ਉਹ ਮੰਡੀ ਤੱਕ ਜਾਊਗਾ, ਮੰਡੀ 'ਚ ਉਹਦਾ ਪ੍ਰੋਪਰ ਰੇਟ ਨਹੀਂ ਮਿਲ ਰਿਹਾ। ਹੁਣ ਤੁਸੀਂ ਅੱਜ ਦੀ ਡੇਟ 'ਚ ਸਬਜ਼ੀਆਂ ਦੇ ਰੇਟ ਦੇਖ ਲਓ ਕੀ ਆ, ਕਿ ਸਬਜ਼ੀ ਦੀ ਹਾਲਤ ਇਹ ਆ ਕਿ ਖੀਰਾ ਜਿਹੜਾ 1 ਤੋਂ 1.5 ਜਾਂ 2 ਰੁਪਏ
ਕਿਲੋ ਜਿਹੜਾ ਉਹ ਮੰਡੀ 'ਚ ਵਿਕ ਰਿਹਾ, ਲੇਕਿਨ ਜਦੋਂ ਤੁਹਾਡੇ ਘਰ ਤੱਕ ਪਹੁੰਚਣਾ ਰੇੜੀ ਵਾਲੇ ਨੇ, ਉਹਨੇ ਉੱਥੇ ਆ ਕੇ 15 ਰੁਪਏ ਤੋਂ ਘੱਟ ਨਹੀਂ ਦੇਣਾ। ਕਮਾਈ ਕੌਣ ਕਰ ਰਿਹਾ? ਕਮਾਈ ਤਾਂ ਜਿਹੜਾ ਮੰਡਿਆਕਰ ਸੀ ਉਹ ਕਰ ਰਿਹਾ, ਲੇਕਿਨ ਜਿਹੜਾ ਕਿਸਾਨ ਸੀ ਉਹ ਮਰ ਰਿਹਾ। ਕਿਸਾਨ ਨੂੰ ਉਹਦੀ ਸਬਜ਼ੀ ਦਾ ਜਿੰਨਾ ਫਲ ਸੀ ਉਹਦਾ ਰੇਟ ਨਹੀਂ ਮਿਲ ਰਿਹਾ। ਔਰ ਇੱਥੋਂ ਤੱਕ ਜਿਹੜੀ ਬਾਗਬਾਨੀ ਸੀ ਉਹਦੇ 'ਚ ਹਾਲਾਤ ਕੀ ਬਣੀ ਆ, ਜਿਹੜੀ ਸਰਦੀਆਂ ਵਾਲਾ ਫਰੂਟ ਸੀ ਉਹਦੇ 'ਚ ਕਿੰਨੂ ਮੇਨ ਸੀ, ਕਿੰਨੂ ਨਿਕਲ ਗਿਆ। ਹੁਣ ਵਾਲੇ ਜਿਹੜੇ ਫਰੂਟ ਆਉਣੇ ਨੇ, ਜਿਹ 'ਚ ਅੰਗੂਰ ਵੀ ਆ, ਜਿਹ 'ਚ ਚੀਕੂ ਵੀ ਆ, ਇਹ ਜਿੰਨਾ ਕੁਝ ਹੁਣ ਆਉਣਾ ਉਹ ਸਾਰੇ ਦਾ ਸਾਰਾ ਜਿਹੜਾ ਸੀਗਾ ਉਹਦਾ ਰੇਟ ਉਹਨੂੰ ਨਹੀਂ ਮਿਲਣਾ। ਹਾਂ, ਉਹਦੇ ਤੇ ਅਸਰ ਪਿਆ, ਪਰ ਇਹਦੇ ਤੇ ਕਿਸਾਨੀ ਦਾ ਵੀ ਜਿਹੜਾ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਡਿੱਗੇਗਾ। ਪੰਜਾਬ ਦੀ ਇਕਨੋਮੀ ਨੂੰ, NRI ਨੂੰ ਵੱਡਾ ਰਗੜਾ, ਕਿਉਂਕਿ NRI ਜ਼ਮੀਨਾਂ ਜ਼ਿਆਦਾ ਮਾਮਲੇ ਤੇ ਦਿੰਦੇ ਨੇ। ਦੂਸਰਾ ਆਪਾਂ ਗੱਲ ਕਰੀ, ਬਹੁਤ ਅਹਿਮ ਮੁੱਦਾ, ਇੱਕ ਤੇ ਸਿੱਧੂ ਮੂਸੇਵਾਲੇ ਦਾ ਜਿਹੜਾ ਕੇਸ ਸਾਹਮਣੇ ਆਇਆ ਕਿ ਇੱਕ DSP ਸਮੇਤ 5 ਜਿਹੜੇ ਪੁਲਿਸ ਮੁਲਾਜ਼ਮ ਮੁਅੱਤਲ ਕੀਤੇ ਗਏ ਨੇ। ਕਰੋਨਾ ਦੇ ਦੌਰਾਨ ਇਹ ਸਰਕਾਰ ਦਾ ਸਰਪ੍ਰਸਤੀ ਕਹਿ ਲਈਏ, ਸਰਪ੍ਰਸਤੀ ਹਾਸਲ ਗਾਇਕ ਸ਼ਰੇਆਮ ਧੱਜੀਆਂ ਉਡਾਉਂਦਾ ਸੀ, ਇਹਦੇ ਤੇ ਪਰਚਾ ਹੋਇਆ, ਕਾਰਵਾਈ ਹੋ ਰਹੀ ਹੈ। ਦੂਜੇ ਬੰਨੇ ਗਾਇਕ ਰਣਜੀਤ ਬਾਵਾ, ਉਹਦੇ ਤੇ ਪਰਚਾ ਕਰ ਦਿੱਤਾ ਇੱਕ ਗੀਤ ਜਿਹਦੇ 'ਚ ਉਹਨੇ ਕੋਈ ਅਜਿਹਾ ਲਫ਼ਜ਼ ਨਹੀਂ ਆਖਿਆ। ਉਹਨੇ ਆਖਿਆ ਕਿ ਪੱਥਰ ਨੂੰ ਦੁੱਧ ਚੜਾਉਂਦੇ ਹੋ, ਜੇ ਮਾਤੜ ਬੰਦੇ ਦੀ ਸ਼ੋਅ ਮਾੜੀ ਹੈ ਤੇ ਗਾਂ ਦਾ ਜਿਹੜਾ ਸ਼ੁੱਧ ਦੁੱਧ ਵੀ ਸ਼ੁੱਧ ਹੈ, ਮੂਤਰ ਵੀ ਸ਼ੁੱਧ ਹੈ, ਸੌਰੀ। ਮੰਨ ਲਓ ਇਸ ਤੋਂ ਤਾਂ ਕਿਤੇ ਜ਼ਿਆਦਾ ਹੋਰ ਕਈ ਫਿਲਮਾਂ ਦੇ ਵਿੱਚ, ਓ ਮਾਈ ਗਾਡ ਫਿਲਮ ਦੇ ਵਿੱਚ ਸ਼ਿਵਲਿੰਗ ਨੂੰ ਕਾਲਾ ਪੱਥਰ ਕਿਹਾ ਵੀ ਪਰੇਸ਼ ਰਾਵਲ ਨੇ, ਜਿਹੜਾ BJP MP ਹੈ। ਇਸ ਦੌਰਾਨ ਰਣਜੀਤ ਬਾਵਾ ਤੇ ਇਸ ਤਰ੍ਹਾਂ ਦਾ ਪਰਚਾ ਕਰਨਾ, ਕੇਸ ਦਰਜ ਕਰਨਾ, ਜਾਂ ਮੂਸੇ ਵਾਲੇ ਦਾ ਮਾਮਲਾ ਤੁਸੀਂ ਕਿਵੇਂ ਵੇਖਦੇ ਹੋ? ਪੁਲਿਸ ਦੀ ਇੱਥੇ IM ਹਰਜੀਤ ਸਿੰਘ ਕਿਤੇ ਨਾ ਕਿਤੇ ਮੱਧਮ ਪੈ ਗਿਆ। ਨਹੀਂ, ਦੇਖੋ ਜਿੱਥੋਂ ਤੱਕ ਮੂਸੇਵਾਲੇ ਦਾ ਸਵਾਲ ਆ, ਮੂਸੇਵਾਲੇ ਨੂੰ ਪ੍ਰਮੋਟ ਕਿਹਨੇ ਕੀਤਾ ਸੀ? ਪੰਜਾਬ ਪੁਲਿਸ ਹੀ ਪ੍ਰਮੋਟ ਕਰ ਰਹੀ ਸੀ ਨਾ। ਨਹੀਂ, ਪਹਿਲਾਂ ਸਾਡੀ ਮੰਡੀਰ ਨੇ ਵੀ ਕੀਤਾ ਨਾ। ਮੰਡੀਰ ਨੇ ਕੀਤਾ, ਉਹਦੇ ਬਾਅਦ ਪੰਜਾਬ ਪੁਲਿਸ ਨੇ ਵੀ ਪ੍ਰਮੋਟ ਕੀਤਾ ਸੀ ਨਾ। ਕੀਤਾ ਕਿਹਦੇ ਵਿਰੁੱਧ ਸੀ ਜਾ ਕੇ? ਉਸ ਵੇਲੇ ਨਹੀਂ ਸੀ ਪਤਾ ਕਿ ਸਾਡੇ ਕੱਲ ਨੂੰ ਗੱਲ ਦਾ ਕੌ ਬਣੇਗਾ। ਤੇ ਹੁਣ ਜਿਹੜਾ ਬਣਿਆ ਉਹਦੇ 'ਚ 2 DSP ਜਿਹੜੇ ਆ ਉਹਨਾਂ ਨੂੰ ਸਸਪੈਂਡ ਕਰਦੇ ਫਿਰਦੇ ਆ, 15 ਕੁ ਮੁਲਾਜ਼ਮ ਹੋ ਟੰਗੀ ਫਿਰਦੇ 2 ਜ਼ਿਲ੍ਹਿਆਂ ਦੇ। ਜੇ ਤੁਸੀਂ ਪਹਿਲਾਂ ਹੀ ਹਰ ਇਨਸਾਨ ਨੂੰ ਉਹਦੀ ਅਸਲ ਜਗ੍ਹਾ ਤੇ ਰਹਿਣ ਦਿਓ ਤੇ ਸ਼ਾਇਦ ਚੰਗਾ। ਜਿੱਥੋਂ ਤੱਕ ਹੁਣ ਸਵਾਲ ਆ ਰਣਜੀਤ, ਨਾਲੇ ਹਾਈ ਕੋਰਟ ਦੀਆਂ ਹਦਾਇਤਾਂ ਨੇ ਕਿ ਅਸਲਾ ਪ੍ਰਮੋਟ ਨਹੀਂ ਹੋਣਾ ਚਾਹੀਦਾ। ਫਿਰ ਪੁਲਿਸ ਜਿਹੜੀ ਇੱਕ ਸਿਕਿਉਰਿਟੀ ਏਜੰਸੀ ਹੈ ਉਹ ਕਿਵੇਂ ਆਪਣਾ ਅਸਲਾ ਪ੍ਰਾਈਵੇਟ ਬੰਦੇ ਨੂੰ ਦੇ ਰਹੀ ਹੈ? ਸਵਾਲ ਇਸ ਗੱਲ ਤੇ ਹੈ। 30 ਗੋਲੀਆਂ ਜਿਹੜੀਆਂ ਚੱਲੀਆਂ ਨੇ ਉਹ ਕਿਸ ਖਾਤੇ ਵੱਟੇ 'ਚ ਨੇ? ਖਾਤੇ ਵੱਟੇ ਤਾਂ ਬਹੁਤ ਕੁਝ ਪਿਆ, ਆਪਾਂ ਨੂੰ ਪਤਾ। 1978 ਤੋਂ ਆਪਾਂ ਦੇਖਦੇ ਆਏ ਪੁਲਿਸ ਦੇ ਖਾਤੇ ਵੱਟੇ 'ਚ ਕੀ ਕੁਝ ਪਿਆ ਵਾ, ਕਿੱਦਾਂ ਚੱਲਦੀਆਂ ਨੇ, ਉਹ ਕਿਸੇ ਨੂੰ ਭੁੱਲਿਆ ਨਹੀਂ ਹੈ। ਇਹ ਪੁਲਿਸ ਦਾ ਇਹੀ ਕਲਚਰ ਆ, ਇਹੀ ਰਹਿਣਾ। ਉਹ ਵੱਖਰੀ ਗੱਲ ਆ, ਅੱਜ ਜਿਹੜਾ ਵੀ ਕੋਈ ਲਾਕਡਾਊਨ ਦੀ ਥੋੜੀ ਜਿਹੀ ਉਲੰਘਣਾ ਕਰਦਾ ਉਹਦੇ ਗਲ 'ਚ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕਰਦੇ ਆ। ਜਦੋਂ ਛੱਲੀਆਂ ਵਾਂਗਰ ਭੁੰਨੇ ਸੀ ਉਦੋਂ ਕਿੱਥੇ ਸੀਗੇ? ਹੁਣ ਤਾਂ ਲੋਕਾਂ ਦੇ ਘਰ ਕੇਕ ਵੀ ਲੈ ਕੇ ਜਾਂਦੇ ਹੋ। ਉਦੋਂ ਜਦੋਂ ਢਾਹ ਕੇ ਕੁੱਟੇ ਸੀ ਉਦੋਂ ਤਾਂ ਛੱਡਿਆ ਕੋਈ ਨਹੀਂ। ਉਦੋਂ ਤਾਂ ਜਿਹੜੀ ਵਿਚਾਰੀ ਲੇਡੀ ਪ੍ਰੈਗਨੈਂਟ ਸੀਗੀ, ਉਹ ਡਿਲੀਵਰੀ ਲਈ ਜਾ ਰਹੀ ਸੀਗੀ, ਉਹਦਾ ਵੀ ਕਟਾਪਾ ਕਰਤਾ, ਉਦੋਂ ਤਾਂ ਛੱਡਿਆ ਹੀ ਤੁਸੀਂ ਕੋਈ ਨਹੀਂਗਾ। ਉਦੋਂ ਸਾਰਿਆਂ ਨੂੰ ਰਗੜਾ ਇੱਕੋ ਵਾਰ ਵੱਡੇ ਤੋਂ ਫੇਰਿਆ। ਹੁਣ ਸਵਾਲ ਇਹ ਨਹੀਂ ਕਿ ਇਹ ਨਜਾਇਜ਼ ਆ ਜਾਇਜ਼ ਆ। ਸਭ ਤੋਂ ਵੱਡਾ ਸਵਾਲ ਇਹ ਆ ਕਿ ਪੁਲਿਸ ਜਿਹੜੀ ਉਹ ਡਿਸਿਪਲਿਨ ਫੋਰਸ ਆ, ਤੇ ਡਿਸਿਪਲਿਨ ਫੋਰਸ ਨੂੰ ਡਿਸਿਪਲਿਨ 'ਚ ਰਹਿਣਾ ਚਾਹੀਦਾ ਸੀ, ਲੇਕਿਨ ਬਦਕਿਸਮਤੀ ਉਹ ਡਿਸਿਪਲਿਨ 'ਚ ਨਹੀਂ ਰਹੀ। ਕਿਉਂਕਿ ਜਿਹੜੇ ਪੋਲੀਟੀਕਲ ਲੋਕ ਆ ਉਹੀ ਉਹਨਾਂ ਦੀਆਂ ਪੋਸਟਿੰਗਾਂ ਕਰਾਉਂਦੇ ਨੇ, ਉਹੀ ਡਿਸਟ੍ਰਿਕਟ ਹੈੱਡਕੁਆਟਰ ਲੈ ਕੇ ਦਿੰਦੇ ਨੇ। ਜੇ ਨਾ ਲੈ ਕੇ ਦੇਣ ਤਾਂ ਇਹ ਪੁਲਿਸ ਲੈਣ ਬੈਠਣ, ਜਾਂ ਜਿਹੜੀਆਂ ਇਹਨਾਂ ਕੋਲ 3 ਰਿਜ਼ਰਵ ਇਹਨਾਂ ਕੋਲੇ ਪੁਲਿਸ ਫੋਰਸ ਆ, ਜਿਹ 'ਚ IRB ਆ, ਜਿਹ 'ਚ ਕਮਾਂਡੋ ਆ, PAP, ਨਹੀਂ ਤੇ ਉੱਥੇ ਜਾਣਗੇ, ਫਿਰ ਤਾਂ ਆਉਂਦੇ ਨਹੀਂ। ਔਰ ਡਿਸਟ੍ਰਿਕਟ ਹੈੱਡਕੁਆਟਰ ਲੈਣ ਲਈ ਇੱਕ ਕਾਂਸਟੇਬਲ ਤੋਂ ਲੈ ਕੇ SSP ਤੱਕ ਦੀ ਆਪਾਂ ਨੂੰ ਪਤਾ ਕੀ ਹਾਲਾਤ ਆ, ਉਹਦੇ ਤੋਂ ਆਪਾਂ ਭਲੀ ਭਾਂਤ ਜਾਣੂ ਆ। ਇਸ ਕਰਕੇ ਇਹ ਤਾਂ ਮਤ, ਪਰ ਜਿਵੇਂ ਅਸਲਾ ਐਕਟ ਦੀ ਧਾਰਾ ਜਾਂ ਹੋਰ ਧਾਰਾਵਾਂ ਬਹੁਤ ਸੌਫਟ ਲਾਈਆਂ ਗਈਆਂ, ਬਚਾਅ ਦਾ ਪਹਿਲਾਂ ਹੀ ਰਸਤਾ ਕੱਢ ਲਿਆ। ਨਹੀਂ, ਉਹ ਪੁਲਿਸ ਆਪਣੀ ਪੁਲਿਸ ਨੂੰ ਬਚਾਊਗੀ। ਹੁਣ ਤਾਂ ਫਸਿਆ ਹੋਇਆ ਨੇ ਉਹਨਾਂ ਤੇ FIR ਜਿਹੜੀ ਆ ਉਹ ਲੌਜ ਕਰ ਰਹੇ ਆ, ਉਹਨਾਂ ਨੇ ਬਚਾਉਣਾ ਹੀ ਬਚਾਉਣਾ। ਹਮੇਸ਼ਾ ਅਸੀਂ ਅੱਜ ਪਹਿਲੀ ਵਾਰ ਥੋੜੀ ਦੇਖਿਆ FIR ਲੌਜ ਹੁੰਦੀ ਆ, ਮੁੜ ਕੇ ਇਨਕੁਆਰੀ ਬੈਠਦੀ ਆ, ਇਨਕੁਆਰੀ 'ਚ ਕੱਢ ਦਿੱਤਾ ਜਾਂਦਾ। ਫਿਰ ਉਦੋਂ ਇਹ ਨਹੀਂ ਸੋਚਿਆ ਜਾਂਦਾ ਜਿਹਨੇ FIR ਲੌਜ ਕੀਤੀ ਸੀ ਉਹਦੇ ਅਗੇਂਸਟ ਕਾਰਵਾਈ ਹੋਵੇ, ਲੇਕਿਨ ਉਹਦੇ ਨਹੀਂ ਹੁੰਦੀ, ਉਹਨੂੰ ਕੱਢ ਕੇ ਪਾਸੇ ਕਰ ਦਿੱਤਾ ਜਾਂਦਾ, ਗੱਲ ਨਿਪਟ ਜਾਂਦੀ, ਆਈ ਗਈ ਹੋ ਜਾਂਦੀ ਆ। ਇਹ ਇਹਨਾਂ ਦਾ ਪੁਲਿਸ ਦਾ ਕਲਚਰ ਆ, ਇਹ ਹੀ ਰਹਿਣਾ। ਜਿੱਥੋਂ ਤੱਕ ਰਣਜੀਤ ਬਾਵੇ ਦਾ ਸਵਾਲ ਆ, ਰਣਜੀਤ ਬਾਵੇ ਨੇ ਕੋਈ ਗਲਤ ਗੱਲ ਨਹੀਂ ਕਹੀ ਆ। ਜਿਹੜੀ ਉਹਨੇ ਪੱਥਰ ਨੂੰ ਪੂਜਣ ਵਾਲੀ ਗੱਲ ਕਹੀ ਆ, ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਕਬੀਰ ਜੀ ਦੀ ਵੀ ਕਹੀ ਹੋਈ ਆ। ਪੱਥਰ ਤੇ ਦੁੱਧ ਚੜਾਉਂਦੇ ਆਖਿਆ। ਦੇਖੋ, ਦੁੱਧ ਤਾਂ ਕਈ ਆ ਪਟਿਆਲਾ ਦੁੱਖ ਨਿਵਾਰਨ ਗੁਰੂ ਘਰ 'ਚ 2.5 ਕੁਇੰਟਲ ਦੁੱਧ ਹਰ ਹਫ਼ਤੇ ਜਿਹੜਾ ਪਾਇਆ ਜਾਂਦਾ, ਡੋਲਿਆ ਜਾਂਦਾ ਸਾਫ਼ ਕਰਨ ਲਈ। ਪੱਥਰ ਤੇ ਦੁੱਧ ਚੜਾਉਂਦੇ ਹੋ। ਹਾਲਾਂਕਿ ਇਸ ਦੌਰਾਨ ਜਿਹੜਾ ਓ ਮਾਈ ਗਾਡ 'ਚ ਤਾਂ ਸਿੱਧਾ ਹੀ ਸ਼ਿਵਲਿੰਗ ਨੂੰ ਕਾਲਾ ਪੱਥਰ ਕਿਹਾ ਪਰੇਸ਼ ਰਾਵਲ ਨੇ, ਹਾਲਾਂਕਿ ਪਰਚਾ ਉਹਦੇ ਤੇ ਵੀ ਹੋਇਆ ਸੀ। ਤੇ ਦੂਸਰਾ ਜਿਹੜਾ ਉਹਨੇ ਮਾਤੜ ਮੈਂ ਮਾੜਾ, ਮਤਲਬ ਉਹਨਾਂ ਦਲਿਤਾਂ ਦੀ ਗੱਲ ਕੀਤੀ ਹੈ। ਦੂਸਰਾ ਉਹਨੇ ਆਖਿਆ ਕਿ ਜਿਹੜੇ ਕਹਿੰਦੇ ਨੀਵਿਆਂ ਦੀ ਨੀਵੀਂ ਸੋਚ ਹੈ, ਉਹਨਾਂ ਨੂੰ ਇਹ ਸੋਚ ਤੋਂ ਪਹਿਲਾਂ ਜੇ ਉਹ ਕਹਿੰਦੇ ਨੀਵਿਆਂ ਦੀ ਨੀਵੀਂ ਸੋਚ ਆ, ਤੇ ਉਹ ਭਗਤ ਧੰਨਾ ਤੇ ਕਬੀਰ ਸਾਹਿਬ ਦੀ ਬਾਣੀ ਨੂੰ ਕਿਵੇਂ ਮਨਫੀ ਕਰਨਗੇ?
ਹੁਣ ਭਗਤ ਧੰਨਾ ਤਾਂ ਜੱਟ ਸੀ ਕਹਿੰਦੇ ਆ, ਚਲੋ ਉੱਚੀ ਜਾਤ ਨੀਵੀਂ ਜਾਤ ਉਹ ਤਾਂ ਬਾਅਦ ਚ ਬਣੀ ਆ, ਪਰ ਉਹਦੇ ਚ ਸਿਰਫ ਇੱਕ ਹਿੰਦੂ ਜਿਹੜਾ ਹੈਗਾ ਐਡਵੋਕੇਟ ਬੀਜੇਪੀ ਸੈੱਲ ਦਾ, ਸਿਰਫ ਉਹਦੀਆਂ ਭਾਵਨਾਵਾਂ ਕਿਉਂ ਭੜ ਗਈਆਂ? ਉਹਦੇ ਚ ਮਤਲਬ ਜੇ ਜਨੇਊ ਦੀ ਗੱਲ ਕੀਤੀ ਆ, ਉਹ ਚ ਗਾਤਰੇ ਦੀ ਵੀ ਗੱਲ ਕੀਤੀ ਆ ਕਿ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਬਣਾ ਲਏ। ਉਹਨੇ ਸਾਰਿਆਂ ਨੂੰ ਬਰਾਬਰ ਰੱਖਿਆ ਕਿ ਜਾਤਾਂ ਦੇ ਆਧਾਰ ਤੇ ਗੁਰੂ ਘਰ ਬਣਾ ਲਏ ਆ। ਕ੍ਰੋਸ, ਗਾਤਰਾ, ਜਨੇਊ ਜਿਹੜਾ ਤੁਸੀਂ ਪਾ ਕੇ ਪਖੰਡ ਕਰਦੇ ਹੋ, ਉਹਨਾਂ ਨੇ ਤਾਂ ਪਖੰਡ ਨੂੰ ਟਾਰਗੇਟ ਕੀਤਾ। ਸਿਰਫ ਇੱਕ ਬੀਜੇਪੀ ਵਾਲਿਆਂ ਦੀਆਂ ਭਾਵਨਾਵਾਂ ਇੰਨੀਆਂ ਸੌਫਟ ਕਿਉਂ ਨੇ ਜੀ? ਟਵਾਣਾ ਸਾਹਿਬ, ਜਦੋਂ ਇਦਾਂ ਦੇ ਮੁੱਦੇ ਆਉਂਦੇ ਆ, ਇਹਦੇ ਵਿੱਚ ਹੀਰੋ ਬਣਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਂਦੀ ਆ, ਤੇ ਹੀਰੋ ਬਣਨ ਦੇ ਲਈ, ਕਿਉਂਕਿ ਰਾਜਨੀਤੀ ਆ, ਰਾਜਨੀਤੀ ਦੇ ਵਿੱਚ ਜਦੋਂ ਹੀਰੋ ਬਣਨਾ ਤੇ ਇਦਾਂ ਦੇ ਮਸਲੇ ਜਿਹੜੇ ਆ ਉਹਨਾਂ ਨੂੰ ਚੱਕਿਆ ਜਾਂਦਾ। ਇਸ ਤੋਂ ਪਹਿਲਾਂ ਵੀ ਜਦੋਂ ਬੱਬੂ ਮਾਨ ਨੇ ਇੱਕ ਗੀਤ ਗਾਇਆ ਸੀ ਜੀ, ਗਾਇਆ ਤਾਂ ਸੀ ਜਿਹੜੀਆਂ ਸਮਾਜਿਕ ਕੁਰੀਤੀਆਂ ਸੀ, ਉਹਨਾਂ ਬਾਬੇ ਨਾਨਕ ਦੀ ਗੱਲ ਕੀਤੀ ਸੀ ਕਿ ਬਾਬੇ ਨਾਨਕ ਨੇ ਪੈਰੀ ਚੱਲ ਕੇ ਸਾਰੀ ਦੁਨੀਆ ਗਾਹਤੀ ਸੀ, ਤੇ ਅੱਜ ਕੱਲ ਦੇ ਬਾਬਿਆਂ ਨੇ ਲਾਲ ਬੱਤੀ ਜਿਹੜੀ ਆ ਉਹ ਗੱਡੀ ਤੇ ਲਾਤੀ ਆ। ਤੇ ਉਹਦੇ ਲਈ ਪਟਿਆਲੇ 'ਚ ਸਥਿਤ ਡੇਰੇ ਦਾ ਇੱਕ ਦਾ ਮਾਲਕ ਸੀਗਾ, ਉਹਨੂੰ ਸਭ ਤੋਂ ਵੱਧ ਕਰੰਟ ਲੱਗਿਆ ਸੀ, ਰਣਜੀਤ ਸਿੰਘ ਢੱਡਰੀਆਂ ਵਾਲੇ। ਦੂਸਰਾ ਪੱਖ ਚਲੋ ਜਿਹੜਾ ਇੰਟਰਸਟਿੰਗ ਹੈ, ਕਿਉਂਕਿ ਜਿਹੜਾ ਜੁਗਰਾਜ ਸਿੰਘ ਤੂਫਾਨ ਸੀ ਉਹਦੇ ਤੇ ਬਾਬੇ ਨੇ ਇੱਕ ਫਿਲਮ ਬਣਾਈ ਸੀ। ਬਾਬੇ ਦੀ ਗਾਇਕੀ ਦਾ ਪੱਖ ਵੀ ਥੋੜਾ ਇਨਕਲਾਬੀ ਟਾਈਪ ਹੈ, ਜੁਝਾਰੂ ਟਾਈਪ ਹੈ, ਪਖੰਡ ਨੂੰ, ਕਿਸੇ ਵੀ ਧਰਮ ਦੇ ਨੂੰ ਜਾਂ ਮਾੜੇ ਚੀਜ਼ਾਂ ਨੂੰ ਉਹ ਭੰਡਦਾ ਹੈ। ਕੀ ਉਹ ਜੁਗਰਾਜ ਸਿੰਘ ਤੂਫਾਨ ਤੇ ਫਿਲਮ ਬਣਨਾ ਵੀ ਇੱਕ ਕਾਰਨ ਸੀਗਾ ਮੇਰੇ ਖਿਆਲ 'ਚ? ਬਿਲਕੁਲ, ਮੈਂ ਇਹਦੇ ਨਾਲ ਸਹਿਮਤ ਹਾਂ ਕਿ ਦੇਖੋ ਕਈ ਵਾਰੀ ਕੀ ਹੁੰਦਾ ਕਿ ਲੰਬਾ ਸਮਾਂ ਕੁਛ ਨਾ ਕੁਛ ਜਿਹੜਾ ਉਹ ਸੁਲਗਦਾ ਰਹਿੰਦਾ, ਤੇ ਸੁਲਗਦਾ ਰਹਿੰਦਾ, ਜਦੋਂ ਕਿਤੇ ਮੌਕਾ ਆਉਂਦਾ ਤਾਂ ਫਿਰ ਉੱਥੇ ਹੁੰਦਾ ਕਿ ਇਹਨੂੰ ਕਿਤੇ ਨਾ ਕਿਤੇ ਜਿਹੜਾ ਉਹ ਖੁੱਡੇ ਲੈਣ ਲਾ ਦਿੱਤਾ ਜਾਵੇ। ਚਲੋ ਬਾਬੇ ਨੇ ਮਾਫੀ ਮੰਗ ਲਈ, ਉਹਨੇ YouTube ਤੋਂ ਉਹ ਜਿਹੜੀ ਵੀਡੀਓ ਡਿਲੀਟ ਕਰ ਦਿੱਤੀ ਆ, ਉਹਦੀ ਉਹ ਹੁਣ ਫਰੀडम ਆਫ ਐਕਸਪ੍ਰੈਸ਼ਨ ਫਿਰ ਕਿੱਥੇ ਰਹਿ ਗਿਆ? ਬੋਲਣ ਦੀ ਆਜ਼ਾਦੀ ਕਿੱਥੇ ਰਹਿ ਗਈ? ਤੁਸੀਂ ਇੰਨੀ ਗੁੰਡਾਗਰਦੀ ਕਰੋਗੇ? ਤੇ ਦੇਖੋ ਗੱਲ ਤੇ ਆ ਕਿ ਚੰਗਾ ਤਾਂ ਇਹ ਸੀਗਾ ਕਿ ਕੀ ਅੱਜ ਤੁਸੀਂ ਇਹ ਕੁਝ ਕੀਤਾ, ਕੱਲ ਨੂੰ ਜਿਹੜੀ ਪੱਥਰ ਨੂੰ ਪੂਜਣ ਵਾਲੀ ਗੱਲ ਹੈ ਉਹ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ, ਉਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਆ, ਭਗਤ ਕਬੀਰ ਜੀ ਦੀ ਬਾਣੀ ਆ। ਤੇ ਕੀ ਫਿਰ ਕੱਲ ਨੂੰ ਤੁਸੀਂ ਭਗਤ ਕਬੀਰ ਜੀ ਦੀ ਬਾਣੀ ਜਿਹੜੀ ਆ ਉਹਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਚੋਂ ਵੀ ਮਨਫੀ ਕਰਵਾਓਗੇ? ਪਰ ਜੇ ਇਹ ਮੈਨੂੰ ਕਲੀਅਰ ਹੈ, ਜਿਵੇਂ ਓ ਮਾਈ ਗॉड ਜਾਂ ਫਿਲਮ ਸੀ, ਉਹ ਚਲੋ ਰਣਜੀਤ ਬਾਵੇ ਦਾ ਆਪਣਾ ਨਜ਼ਰੀਆ, ਉਹਦੇ ਜਿਹੜੇ ਸ਼ੋਜ਼ ਨੇ ਉਹਨਾਂ ਤੇ ਅਸਰ ਪੈਂਦਾ, ਉਹਦੇ ਤੇ ਹੁੰਦਾ। ਦੂਸਰਾ ਜਿਹੜੀਆਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ, ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰਦੇ ਨੇ, ਫਰੀडम ਆਫ ਐਕਸਪ੍ਰੈਸ਼ਨ ਦਾ ਰੋਣਾ ਰੋਂਦੇ ਨੇ, ਉਹ ਧਿਰਾਂ ਨੂੰ ਅੱਜ ਮੇਰਾ ਖਿਆਲ ਹੈ ਇਸ ਮਾਮਲੇ 'ਚ ਇਸ ਨੌਜਵਾਨ ਨਾਲ ਖੜਨ ਦੀ ਲੋੜ ਸੀ। ਬਿਲਕੁਲ, ਉਹਨਾਂ ਨੇ ਖੜਨਾ ਕੀ ਆ, ਉਹ ਤਾਂ ਹੁਣ ਜਦੋਂ ਆਪਾਂ ਨੂੰ ਸੁਣਨਗੇ ਤੇ ਆਪਾਂ ਪਿਛਲੇ ਸ਼ੋਅ 'ਚ ਨਹੀਂ ਦੇਖਿਆ, ਉਹਦੇ 'ਚ ਤਾਂ ਕਹਿੰਦੇ ਸੀ ਲੀਗਲ ਨੋਟਿਸ ਭੇਜਣਾ, ਉਦੋਂ ਤਾਂ ਲੀਗਲ ਨੋਟਿਸ ਲਈ ਤਿਆਰ ਹੋ ਜਾਂਦੇ ਆ, ਉਦੋਂ ਨਹੀਂ ਸੋਚਦੇ ਕਿ ਭਾਈ ਸੱਚ ਬੋਲਿਆ ਗਿਆ। ਸੱਚ ਨੂੰ ਸੁਣਨ ਲਈ ਤਿਆਰ ਕੋਈ ਨਹੀਂ ਹੈ, ਸਿਰਫ ਕੇਵਲ ਤੇ ਕੇਵਲ ਆਪਦੀਆਂ ਸਿਆਸੀ ਰੋਟੀਆਂ ਸੇਕਣ ਦੀ ਟਵਾਣਾ ਸਭ ਗੱਲ ਹੋ ਰਹੀ ਆ। ਉਹ ਨਹੀਂ ਸੋਚਦੇ ਕਿ ਭਾਈ ਇਹ ਇਸ ਕੰਟਰੀ ਦੇ ਵਿੱਚ ਜੇ ਡੈਮੋਕ੍ਰੇਸੀ ਆ, ਡੈਮੋਕ੍ਰੇਸੀ ਦੇ ਵਿੱਚ ਹਰ ਇਨਸਾਨ ਨੂੰ ਆਪਣੀ ਗੱਲ ਕਹਿਣ ਦਾ ਜਿਹੜਾ ਉਹ ਅਧਿਕਾਰ ਆ, ਤੇ ਜੇ ਉਹਨੇ ਗੱਲ ਕਹੀ ਆ, ਤੁਸੀਂ ਉਹਦੇ ਨਾਲ ਬੈਠ ਕੇ ਵੀ ਗੱਲ ਕਰ ਲਓ, ਬੈਠ ਕੇ ਵੀ ਗੱਲ ਨਿਪਟਾਈ ਜਾ ਸਕਦੀ ਸੀ ਕਿ FIR ਲੌਜ ਕਰਾਉਣੀ ਆ। ਸਿਰਫ ਕੇਵਲ ਤੇ ਕੇਵਲ ਇੱਕੋ ਸੀ ਕਿ FIR ਲੌਜ ਹੋਏਗੀ, ਉਹਦੇ ਬਾਅਦ ਪਬਲਿਸਿਟੀ ਹੋਏਗੀ, ਪਬਲਿਸਿਟੀ ਦੇ ਵਿੱਚ ਜਿਹੜਾ ਉਹ ਸਾਡਾ ਨਾਮ ਸਾਹਮਣੇ ਆਏਗਾ, ਤੇ ਸਾਡਾ ਨਾਮ ਸਾਹਮਣੇ ਆਏਗਾ ਤੇ ਉਹਦੇ ਨਾਲ ਆ ਕੇ ਕਿਤੇ ਨਾ ਕਿਤੇ ਇਹ ਆ ਕਿ ਕੱਲ ਨੂੰ ਜੇ ਕਿਤੇ ਦਾ ਲੱਗੇਗਾ ਤਾਂ ਲਾ ਲਾਂਗੇ। ਇਹ ਤੇ ਸਾਡੀ ਹਾਲਾਤ ਜਿਹੜੀ ਟਵਾਣਾ ਸਭ ਕੱਲੀ ਉਹਨਾਂ ਦੀ ਇਸ BJP ਦੀ ਨਾ ਕਹੋ, ਪੂਰੀ ਦੀ ਪੂਰੀ ਜਿੰਨੀ ਪੋਲੀਟੀਕਲ ਜਮਾਤ ਆ ਸਾਰੇ ਦਾ ਹਸ਼ਰ ਇਹੀ ਆ। ਠੀਕ ਹੈ, ਮਤਲਬ ਕਿਤੇ ਨਾ ਕਿਤੇ ਜਿਹੜਾ ਟਾਰਗੇਟ ਕਰਨਾ, ਹੁਣ ਤੁਸੀਂ ਦੇਖੋ ਤਬਲੀਗੀਆਂ ਨੂੰ ਟਾਰਗੇਟ ਕੀਤਾ ਗਿਆ, ਠੀਕ ਹੈ, NRI ਨੂੰ ਟਾਰਗੇਟ ਕੀਤਾ ਗਿਆ, ਉਹਦੇ ਵਿੱਚ ਹੁਣ ਜਿਹੜੇ ਸਿੱਖ ਸ਼ਰਧਾਲੂ ਸੀ ਉਹਨਾਂ ਨੂੰ ਨੈਸ਼ਨਲ ਚੈਨਲ ਜਿਹੜੇ ਚੱਲਦੇ ਸੀ ਹਿੰਦੀ ਦੇ, ਉਹਨਾਂ ਦੇ ਵਿੱਚ ਕਿਸ ਤਰ੍ਹਾਂ ਟਾਰਗੇਟ ਕੀਤਾ ਗਿਆ? ਕੋਈ ਭਾਵਨਾਵਾਂ ਨਹੀਂ, ਮੈਂ ਉਹਦੇ ਚ ਇੱਕ ਟਵਾਣਾ ਸਭ ਇੱਕ ਗੱਲ ਕਹਿਣੀ ਚਾਹੁੰਦਾ, ਪਟਿਆਲੇ 'ਚ ਕਿਤਾਬਾਂ ਵਾਲੇ ਬਾਜ਼ਾਰ 'ਚ ਕੀ ਹੋਇਆ ਕਿ ਜਿਸ ਤਰ੍ਹਾਂ ਉਹਨੇ ਕਰੋਨਾ ਵੰਡਿਆ, ਉਹਨੂੰ ਨਹੀਂ ਮੀਡੀਆ ਨੇ ਕਿਤੇ ਵੀ ਹਾਈਲਾਈਟ ਇਸ ਨੇ ਕੀਤਾ। ਜਿਸ ਤਰੀਕੇ ਦੇ ਨਾਲ ਜਲੰਧਰ ਤੋਂ ਛਾਪਦੇ ਇੱਕ ਸਮੂਹ ਜਿਹੜਾ ਅਖਬਾਰ ਸਮੂਹ ਆ, ਉਹਦੇ ਕਿੰਨੇ ਜਿਹੜੇ ਸੀਗੇ ਵਿਅਕਤੀ ਉਹਦੇ ਜਿਹੜੇ ਉਹ ਪੋਜ਼ਿਟਿਵ ਆਏ, ਉਹਨੂੰ ਨਹੀਂ ਚੱਕਿਆ, ਤੇ ਜਿਹੜਾ ਹੁੱਕਾ ਪਾਰਟੀ ਰਾਜਪੁਰੇ 'ਚ ਚੱਲਦੀ ਸੀ ਉਹਨੂੰ ਨਹੀਂ ਚੱਕਿਆ। ਗੱਲ ਉਹੀ ਹੈ ਨਾ, ਤੁਹਾਡਾ ਕੁੱਤਾ ਕਤੀੜ ਤੇ ਸਾਡਾ ਕੁੱਤਾ ਟੌਮੀ। ਪਰ ਇਸ ਦੌਰਾਨ ਕਿਸ ਮੀਡੀਆ ਦੀ ਗੱਲ ਕਰਦੇ ਹੋ? ਮੀਡੀਆ ਸਰੈਂਡਰ ਹੋ ਚੁੱਕਾ, ਮੀਡੀਆ ਤਾਂ ਗੋਦੀ ਨੂੰ ਵੀ ਛੱਡੋ, ਮੀਡੀਆ ਤਾਂ ਘੋੜੀ ਮੀਡੀਆ ਬਣ ਚੁੱਕਾ ਤੇ ਜਿਹੜਾ ਜਰਨਲਿਜ਼ਮ ਆਰਨਵਇਜ਼ਮ ਹੋ ਚੁੱਕੀ ਹੈ, ਜਰਨਲਿਜ਼ਮ ਆਰਨਿਜ਼ਮ ਹੋ ਚੁੱਕੀ ਹੈ। ਅਰਨਬ ਗੋਸਵਾਮੀ ਵਰਗੇ ਲੋਕਾਂ ਨੂੰ ਪ੍ਰਧਾਨ ਮੰਤਰੀ ਫਾਲੋ ਕਰਦੇ ਨੇ। ਕਿਹੜੇ ਮੀਡੀਆ ਦੀ ਗੱਲ ਆਪਾਂ ਕਰੀਏ? ਇਹ ਤਾਂ ਇਹ ਹੈ ਕਿ ਰਣਜੀਤ ਬਾਵਾ ਜਾਂ ਇੱਦਾਂ ਦੇ ਲੋਕਾਂ 'ਤੇ ਪਰਚੇ ਕਰਾ ਕੇ ਇੱਕ ਜਿਹੜੀ ਪੋਲੀਟੀਕਲ ਪਾਰਟੀ ਜਾਂ ਇੱਕ ਜਿਹੜੀ ਲੌਬੀ ਹੈ ਉਹ ਹੁਣ ਵਿਦੇਸ਼ੀ ਮੀਡੀਆ ਨੂੰ ਵੀ ਆਪਣੇ ਪੰਜੇ ਦੇ ਵਿੱਚ ਲੈਣ ਦੀ ਅਸਫਲ ਕੋਸ਼ਿਸ਼ ਦੇ ਵਿੱਚ ਹੈ।
सो उन्होंने सज्जनों ਨੂੰ मेरा ਇਹ ਸੁਨੇਹਾ एक उर्दू का बड़ा खूबसूरत शेर है कि फल को जिद है यहीं पे बिजलियां गिराने की, हमें भी जिद है यहीं पे आशियां बनाने की। सो सर सिमरन सिंह जी बहुत बहुत धन्यवाद आप जी का। सो इस दे नाल ही मैं परमिंदर सिंह टिवाणा आप सब सज्जनों तो इत्थे ही आग्या चाहांगा। प्रोग्राम सच का सामना नूं इत्थे समाप्त करन दी अकाल चैनल के दर्शकों तो आग्या चाहांगा। धन्यवाद, सत श्री अकाल।